ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼। ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਗੁਰ ਕੋ ਨਾਮ। ਪੁਨ ਦਵਾਦਸ ਗੁਰਿੰਡ ਕੋ ਮੇਰੇ ਪ੍ਰਣਾਮ। ਪਰਮ ਆਦਰਣੀय ਪੀਰ ਸਾਹਿਬ स्वामी जी वर्मा जी, संत बलबीर सिंह जी ਤੇ ਹੋਰ ਸਾਡੇ ਮਾਨਯੋਗ स्वामी विदेही हरी जी ਤੇ ਸਾਡੇ ਮਾਨਯੋਗ ਹਜ਼ਰੋਂ ਸਾਹਿਬ ਤੋਂ ਆਏ ਹੋਏ ਹੋਰ ਸਾਧ ਸੰਗਤ, ਇੱਕ ਵੇਰਾ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਤੁਸੀਂ ਅੱਜ ਕੱਲ੍ਹ ਇਹ ਇੱਕ ਰਿਵਾਜ ਬੜਾ ਚੱਲਦਾ ਹੈ ਕਿ ਖਾਣ ਪੀਣ 'ਚ ਕੁਛ ਨਹੀਂ ਪਿਆ ਜਾਂ ਕਿਸੇ ਦੇ ਨਾਲ ਲੱਗਣ ਵਿੱਚ ਕੁਛ ਨਹੀਂ ਪਿਆ। ਮੈਂ ਪਹਿਲੋਂ ਇੱਥੋਂ ਹੀ ਸ਼ੁਰੂ ਕਰਦਾ ਕਿ ਧਰਮ ਸਾਨੂੰ ਜੋ ਕੁਝ ਸਿਖਾਉਂਦਾ ਹੈ ਉਹ ਇਹੋ ਹੀ ਸਿਖਾਉਂਦਾ ਹੈ ਭਈ ਇਹਨਾਂ ਸਾਰਿਆਂ ਵਿੱਚ ਕੁਛ ਨਾ ਕੁਛ ਪਿਆ ਹੋਇਆ। ਉਹ ਇਹ ਹੈ ਕਿ ਤੁਸੀਂ ਇਹ ਵੇਖਦੇ ਹੋ, ਕਿਸੇ ਸਾਧੂ ਦੀ ਤਸਵੀਰ ਵੇਖਦੇ ਹੋ, ਕਿਤੇ ਸਤਿਗੁਰੂ ਜੀ ਦੀ ਤਸਵੀਰ ਵੇਖਦੇ ਹੋ, ਅਤੇ ਤੁਹਾਡੇ ਮਨ ਦੇ ਵਿਚਾਰ ਕਿਸ ਤਰ੍ਹਾਂ ਦੇ ਬਣਦੇ ਨੇ। ਤੁਹਾਡੇ ਨਾਲ ਤਾਂ ਨਹੀਂ ਉਹ ਲੱਗਦੀ, ਨਾ ਤੁਹਾਡੇ ਅੰਦਰ ਉਹ ਕਿਸੇ ਤਰ੍ਹਾਂ ਪਦਾਰਥਕ ਰੂਪ ਵਿੱਚ ਜਾਂਦੀ ਹੈ। ਪਰ ਜੇ ਤੁਸੀਂ ਸਿਨੇਮੇ ਦੀ ਤਸਵੀਰ ਵੇਖੋਗੇ ਜਾਂ ਹੋਰ ਇਹੋ ਜਿਹੀਆਂ ਗਲਤ ਤਸਵੀਰਾਂ ਵੇਖੋਗੇ, ਤੁਹਾਡੇ ਮਨ ਦੇ ਵਿਚਾਰ ਕਿਸ ਤਰ੍ਹਾਂ ਦੇ ਬਣਦੇ ਨੇ। ਸਿਨੇਮੇ ਵਿੱਚ ਚਲੇ ਜਾਓ, ਕਿਸ ਤਰ੍ਹਾਂ ਦੇ ਵਿਚਾਰ ਹੁੰਦੇ ਨੇ। ਇਸੇ ਤਰ੍ਹਾਂ ਹੀ ਕਈ ਐਸੀਆਂ ਚੀਜ਼ਾਂ ਨੇ ਜਿਹੜੀਆਂ ਬੜੀਆਂ ਹੀ ਖੂਬਸੂਰਤ ਹੋਣ ਅਤੇ ਉਹ ਕਿਸੇ ਬਦਸੂਰਤ ਚੀਜ਼ ਥੋੜ੍ਹੀ ਜਿਹੀ ਨੂੰ ਵੀ ਵਧੀਆ ਨਹੀਂ ਬਣਾ ਸਕਦੀਆਂ, ਸਗੋਂ ਉਹ ਉਹਨੂੰ ਘਟੀਆ ਕਰ ਦਿੰਦੀ ਹੈ। ਜਿਵੇਂ ਖੀਰ ਦਾ ਕੜਾਹਾ ਬੜਾ ਵਧੀਆ ਬਣਾ ਕੇ ਵਿੱਚ ਉਹਦੇ ਰੂਹ ਕਿਉੜਾ ਅਤੇ ਗੁਲਾਬ ਪਾ ਕੇ ਬੜਾ ਸੋਹਣਾ ਬਣਾਇਆ ਹੋਵੇ ਅਤੇ ਥੋੜ੍ਹਾ ਜਿਹਾ ਗੋਹਾ ਉਹਦੇ 'ਚ ਪਾ ਦਿਓ ਲਿਆ ਕੇ, ਤੁਸੀਂ ਇਹ ਵੇਖ ਲਓ ਵੀ ਫਿਰ ਉਹ ਕਿਹੜਾ ਤਕੜਾ ਉਹਦੇ ਤੋਂ। ਘੜਾ ਇੱਕ ਬੜਾ ਕੀਮਤੀ ਚੀਜ਼ ਹੈ। ਛੋਟਾ ਜਿਹਾ ਵੱਟਾ ਲੈ ਕੇ ਆਓ, ਭਾਵੇਂ ਤਾਂ ਵੱਟੇ ਨੂੰ ਘੜੇ 'ਤੇ ਮਾਰ ਦਿਓ ਅਤੇ ਭਾਵੇਂ ਘੜਾ ਵੱਟੇ 'ਤੇ ਮਾਰ ਦਿਓ, ਦੋਵਾਂ ਗੱਲਾਂ 'ਚੋਂ ਕੋਈ ਵੀ ਗੱਲ ਹੋਵੇ ਉਸ ਵਿਚਾਰੇ ਨੇ ਟੁੱਟਣਾ। ਜੇ ਤੁਸੀਂ ਸਿਨੇਮੇ ਵਿੱਚ ਜਾ ਕੇ ਗੀਤ ਕੰਨਾਂ ਦੁਆਰਾ ਸੁਣਦੇ ਹੋ, ਉਹ ਤੁਹਾਡੇ ਨਾਲ ਨਹੀਂ ਲੱਗਦਾ, ਪਦਾਰਥਕ ਰੂਪ ਵਿੱਚ ਕਿਸੇ ਵੀ ਤਰ੍ਹਾਂ ਉਹ ਤੁਹਾਡੇ ਅੰਦਰ ਨਹੀਂ ਜਾਂਦਾ, ਪਰ ਵਿਚਾਰ ਤੁਹਾਡੇ ਕਿਸ ਤਰ੍ਹਾਂ ਦੇ ਬਣਦੇ ਹਨ ਇਹ ਤੁਸੀਂ ਆਪ ਸੋਚ ਸਕਣਾ। ਪਰ ਜੇ ਤੁਸੀਂ ਗੁਰਬਾਣੀ ਦਾ ਕੀਰਤਨ ਜਾਂ ਗੁਰਬਾਣੀ ਦੀ ਤੁਕ ਸੁਣਦੇ ਹੋ, ਕਾਲ ਬਿਆਲ ਜਿਉ ਪਰਿਓ ਡੋਲਾ ਮੁਖ ਪਸਾਰੈ ਬੀਤ ਆਜ ਕਾਲ ਫੁਨ ਤੋਹਿ ਗ੍ਰਸ ਹੈ ਸਮਝ ਰਾਖੋ ਚੀਜ਼, ਜਾਂ ਤੁਸੀਂ ਇਹ ਸੁਣਦੇ ਹੋ ਸਭ ਜਾਏ ਮਿਲਹੁ ਸਤਿਗੁਰੂ ਕਹੋ ਮੇਰੀ ਜਿੰਦੜੀਏ, ਜੋ ਹਰਿ ਹਰਿ ਨਾਮ ਦ੍ਰਿੜਾਵੈ ਰਾਮ ਹਰ ਜਪਦਿਆ ਖਿਨ ਢਿਲ ਨ ਕੀਜੇ, ਮੇਰੀ ਜਿੰਦੜੀਏ ਮਤ ਕੇ ਜਾਪੈ ਸਾਹੁ ਆਵੈ ਕਿ ਨਾ ਆਵੈ ਰਾਮ। ਅਤੇ ਇਹਨਾਂ ਦੋਵਾਂ ਗੱਲਾਂ ਨਾਲ ਕਿਸ ਤਰ੍ਹਾਂ ਦੇ ਸਾਡੇ ਵਿਚਾਰ ਬਦਲਦੇ ਅਤੇ ਬਣਦੇ ਹਨ। ਆਦਮੀ ਦਾ ਸਰੀਰ ਇੱਕ ਸਮੇਂ ਦੇ ਅਨੁਸਾਰ ਆਉਂਦਾ ਅਤੇ ਉਹਦੇ ਵਿੱਚੋਂ ਉਹ ਜੀਵ ਆਤਮਾ ਚਲਾ ਜਾਂਦਾ ਹੈ। ਉਸ ਦੇ ਜਾਣ ਲਈ ਜਿਹੜਾ ਰਾਹ ਬਣਾਉਣਾ ਹੈ, ਅਸੀਂ ਉਸ ਨੂੰ ਇੱਕ ਧਰਮ ਦਾ ਰੂਪ ਦੇ ਸਕਦੇ ਹਾਂ। ਜੇ ਉਸ ਦੇ ਲਈ ਰਾਹ ਅਸਾਂ ਗਲਤ ਬਣਾ ਲਿਆ ਅਤੇ ਉਹਨੇ ਉਸੇ ਟਰੈਕ ਦੇ ਉੱਤੇ ਚਲੇ ਜਾਣਾ। ਜਿਸ ਤਰ੍ਹਾਂ ਇਹ ਕਹਿੰਦੇ ਨੇ ਕਿ ਹਵਾਈ ਜਹਾਜ਼ ਦੇ ਵਿੱਚ ਇੱਕ ਐਸਾ ਕਲ ਪੁਰਜਾ ਲੱਗਾ ਹੁੰਦਾ ਜਿਸ ਨੂੰ ਸ਼ਾਇਦ ਆਟੋ ਪਾਇਲਟ ਵੀ ਕਹਿੰਦੇ ਨੇ। ਉਸ ਨੂੰ ਇੱਕ ਨਾਰਥ ਦੀ ਡਿਗਰੀ ਦੇ ਉੱਤੇ ਸੈੱਟ ਕਰ ਦਿਓ, ਉਹ ਹਵਾਈ ਜਹਾਜ਼ ਦੇ ਮੂੰਹ ਨੂੰ ਉੱਥੇ ਹੀ ਰੱਖੇਗਾ ਜਿੱਧਰ ਨੂੰ ਉਹਨੂੰ ਸੈੱਟ ਕੀਤਾ ਹੋਇਆ। ਜੇ ਇੱਧਰੋਂ ਥੋੜ੍ਹੀ ਜਿਹੀ ਹਵਾ ਆਈ ਹੈ, ਹਵਾਈ ਜਹਾਜ਼ ਇੱਧਰ ਧੱਕਿਆ ਗਿਆ, ਇਸ ਤਰ੍ਹਾਂ ਧੱਕਿਆ ਗਿਆ, ਪਰ ਉਹ ਮੂੰਹ ਜਿਹੜਾ ਉਹਨੇ ਉੱਥੇ ਰਹਿਣਾ। ਭਾਵੇਂ ਹਵਾਈ ਜਹਾਜ਼ ਨੂੰ ਇੱਧਰ ਪਿੱਠ ਧੱਕੀ ਜਾ ਸਕਦੀ ਹੈ, ਲੇਕਿਨ ਉਹ ਮੂੰਹ ਨਹੀਂ ਉਹ ਛੱਡਦਾ ਉਸ ਪਾਸੇ ਤੋਂ। ਇਸੇ ਤਰ੍ਹਾਂ ਹੀ ਬੁਰੇ ਜਾਂ ਚੰਗੇ ਪਾਸੇ ਨੂੰ ਸਾਡਾ ਵਿਚਾਰ ਬਣਦਾ ਜਿਸ ਵੇਲੇ, ਮੈਂ ਸਮਝਦਾ ਉਸ ਵੇਲੇ ਮਰਨ ਤੋਂ ਬਾਅਦ ਜੀਵਾਤਮਾ ਨੂੰ ਉਹ ਪਾਸਾ ਮਿਲਦਾ। ਮੈਨੂੰ ਇੱਕ ਘਟਨਾ ਯਾਦ ਹੈ। ਇੱਕ ਸੰਤ ਬੁੱਢਾ ਸਿੰਘ ਜੀ ਹੋਏ ਨੇ ਅੰਮ੍ਰਿਤਸਰ, ਪਹਿਲੋਂ ਬਾਰੇ ਦੀ ਵਾਂ ਉਹਦਾ ਨਾਂ ਸੀ,
ਉਸ ਤੋਂ ਬਾਅਦ ਫਿਰ ਜਦੋਂ ਉਹ ਮਹਾਤਮਾ ਹੋਏ ਸੰਤ ਬੁੱਢਾ ਸਿੰਘ ਜੀ ਨਾਮਧਾਰੀ, ਉਹਨਾਂ ਦੇ ਨਾਂ 'ਤੇ ਬੁੱਢਾ ਸਿੰਘ ਵਾਲੀ ਬਾਂਹ ਉਸ ਦਾ ਨਾਂ ਦਿੱਤਾ ਗਿਆ। ਉਹਨਾਂ ਦਾ ਇੱਕ ਭਰਾ ਹਕੀਕਾ ਸਿੰਘ ਸੀ, ਉਹ ਜਿਸ ਵੇਲੇ ਚੜ੍ਹਾਈ ਕਰਨ ਲੱਗਾ ਤੇ ਉਹ ਆਂਦਾ ਮੈਨੂੰ ਜਮਦੂਤ ਵਿਖਾਈ ਦਿੰਦੇ ਨੇ। ਉਹ ਐਸੇ ਭਲੇ ਮਾਨਸ ਨੇ, ਜਿਸ ਵੇਲੇ ਅਸੀਂ ਚੋਰੀ ਕਰਦੇ ਹਾਂ, ਠੱਗੀ ਕਰਦੇ ਹਾਂ, ਉਦੋਂ ਨਹੀਂ ਆਉਂਦੇ ਸਾਡੇ ਕੋਲੋਂ। ਉਹ ਸਾਡੇ ਲਈ ਰਾਹ ਬਣਾਈ ਜਾਂਦੇ ਨੇ ਵੀ ਤੁਸੀਂ ਕਰ ਲਓ, ਫਿਰ ਸਾਡੀ ਵਾਰੀ ਇਕੱਠੀ ਆਉਣੀ ਆ। ਫਿਰ ਜਿਸ ਵੇਲੇ ਉਹਨੇ ਆਖਿਆ ਕਿ ਉਹ ਵਿਖਾਈ ਦਿੰਦੇ ਨੇ, ਤੇ ਉਹਨਾਂ ਨੇ ਆਖਿਆ ਭਜਨ ਦਾ ਨਾਂ ਲੈ, ਭਜਨ ਦਾ ਨਾਂ ਨਾ ਲਵੇ। ਉਹਨੂੰ ਪਤਾ ਸੀ ਮੈਂ ਮਰ ਰਿਹਾ, ਪਰ ਕਈ ਵਾਰਾਂ ਡਰਾਵਾ ਤੇ ਮੌਤ ਚੰਗੇ ਪਾਸੇ ਵੀ ਜਿਸ ਤਰ੍ਹਾਂ ਲੈ ਜਾਂਦੀ ਹੈ। ਉਹਨਾਂ ਨੇ ਟੋਕਾ ਲਿਆ ਕੇ ਨਾ ਤੇ ਉਹਨੂੰ ਆਖਣ ਲੱਗੇ ਤੈਨੂੰ ਮੈਂ ਤੇਰੇ ਗਲ 'ਚ ਟੋਕਾ ਲੱਗਾ ਮਾਰਨ, ਨਹੀਂ ਤੇ ਲੈ ਭਜਨ ਦਾ ਨਾਂ। ਜਿਸ ਵੇਲੇ ਉਹਨਾਂ ਨੇ ਟੋਕਾ ਇਸ ਤਰ੍ਹਾਂ ਕੀਤਾ ਤੇ ਉਹਨੇ ਭਜਨ ਦਾ ਨਾਂ ਲਿਆ, ਆਖਣ ਲੱਗੇ ਛੱਡ ਦੇ ਸਰੀਰ ਹੁਣ। ਇੱਥੇ ਉਸੇ ਸਰੀਰ ਛੱਡਦਾ, ਉਹ ਸਿੱਧਾ ਸਤਿਗੁਰਾਂ ਦੇ ਚਰਨਾਂ ਵਿੱਚ ਜਾ ਗਿਆ। ਸੋ ਮੇਰਾ ਮਤਲਬ ਕਹਿਣ ਤੋਂ ਇਹ ਹੈ ਕਿ ਇਹ ਜਿਹੜੇ ਰਾਹ ਨੇ ਸਾਡੇ ਬਣਾਉਣ ਵਾਲੇ, ਇਸੇ ਨੂੰ ਧਰਮ ਤੇ ਧਰਮ ਦਾ ਨਾਂ ਅਸੀਂ ਦੇ ਲਈਏ ਤੇ ਮੈਂ ਸਮਝਦਾ ਇਹ ਕੋਈ ਮਾੜੀ ਗੱਲ ਨਹੀਂ। ਧਰਮ ਦੀ ਵਿਆਖਿਆ ਤਾਂ ਬੜੀ ਔਖੀ ਹੈ, ਅੱਖਰ ਤੇ 3 ਹੀ ਨੇ, ਪਰ ਵਿਆਖਿਆ ਤਾਂ ਉਹ ਆਦਮੀ ਕਰ ਸਕਦਾ ਹੈ। ਜਿਵੇਂ ਇੱਕ ਰਾਜਾ ਸੀ, ਉਸ ਨੂੰ ਉਸਦੀਆਂ 4 ਰਾਣੀਆਂ ਸਨ। ਉਹਨਾਂ ਨੇ ਪੁੱਛਿਆ ਕਿ ਤਿਆਗ ਦਾ ਕੀ ਸਰੂਪ ਹੈ। ਉਹਨਾਂ ਕਿਹਾ ਤੁਸੀਂ ਕੀ ਲੈਣਾ ਇਸ ਗੱਲ ਤੋਂ? ਉਹਨਾਂ ਕਿਹਾ ਨਹੀਂ ਸਾਨੂੰ ਜ਼ਰੂਰ ਦੱਸ। ਬੜਾ ਉਹ ਕਈ ਦਿਨ ਵਾਰਤਾਲਾਪ ਚੱਲਦਾ ਰਿਹਾ। ਇੱਕ ਦਿਨ ਐਸਾ ਕੀਤਾ ਉਸਨੇ, ਆਪਣੇ ਸਾਧੂਆਂ ਵਾਲੇ ਵਸਤਰ ਪਾ ਕੇ ਤੇ ਆ ਕੇ ਉਹਨਾਂ ਨੂੰ ਕਹਿੰਦਾ ਅੱਜ ਤੋਂ ਤੁਸੀਂ ਮੇਰੀ ਮਾਤਾ ਭੈਣ ਹੋ ਤੇ ਇਹ ਰਾਜ ਸਾਜ ਮੇਰਾ, ਇਹਦੇ 'ਚ ਕੁਛ ਨਹੀਂ, ਮੈਂ ਅੱਜ ਤੋਂ ਤੁਹਾਡੇ ਕੋਲੋਂ ਚੱਲਿਆ। ਇਹ ਆ ਕੇ ਤੇ ਉਹਨਾਂ ਦੇ ਬੜਾ ਹੀ ਜ਼ੋਰ ਲਾਉਣ ਦੇ ਉੱਤੇ ਉਹ ਨਹੀਂ ਰਿਹਾ। ਉਹਨੇ ਆਖਿਆ ਤਿਆਗ ਦਾ ਸਰੂਪ ਇਹ ਹੈ। ਵਿਆਖਿਆ ਕੁਝ ਹੋਰ ਚੀਜ਼ ਹੈ, ਜਿਹੜਾ ਅਮਲ ਜੀਵਨ ਦੇ ਵਿੱਚ ਆਉਣਾ ਉਹਦਾ ਬੜਾ ਫਰਕ ਪੈ ਜਾਂਦਾ। ਇਸ ਧਰਮ ਨੂੰ ਮੰਨਦੇ ਨੇ ਜਿਨ੍ਹਾਂ ਦਾ ਅਮਲੀ ਜੀਵਨ ਉੱਚਾ ਹੋ ਜਾਂਦਾ, ਉਹਨਾਂ ਦੇ ਵਾਸਤੇ ਹੀ ਲਿਖਿਆ ਕਿ ਸਾਧ ਕੈ ਸੰਗ ਨਹੀਂ ਕਿਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ। ਇੱਕ ਵਾਰ ਜਾਪਾਨ ਜਾਣ ਦਾ ਮੌਕਾ ਮਿਲਿਆ, ਸ਼ਾਇਦ 1966 ਹੋਵੇਗਾ। ਡਾਕਟਰ ਗੋਪਾਲ ਸਿੰਘ ਜੀ ਜਿਨ੍ਹਾਂ ਨੇ ਇੱਕ ਗ੍ਰੰਥ ਸਾਹਿਬ ਦਾ ਤਰਜਮਾ ਅੰਗਰੇਜ਼ੀ 'ਚ ਵੀ ਕੀਤਾ, ਰਘਬੀਰ ਸਿੰਘ ਜੀ 5000, ਪੰਡਿਤ ਗੋਪਾਲ ਸਿੰਘ ਹੋਰੀ, ਮੈਂ, ਸਾਡੇ ਨਾਲ ਹੋਰ ਗੁਰਦੇਵ ਸਿੰਘ ਅਤੇ ਹੋਰ 2 ਸਰੀਰ ਸਨ। ਸਾਨੂੰ ਉੱਥੇ ਜਾਣ ਦਾ ਮੌਕਾ ਮਿਲਿਆ। ਇੱਕ ਉੱਥੇ ਟੋਕੀਓ ਦੇ ਵਿੱਚ ਯੂਨੀਵਰਸਿਟੀ ਹੈ, ਜਿੱਥੇ ਬਾਕੀ ਦੀਆਂ ਪੜ੍ਹਾਈ, ਦੁਨਿਆਵੀ ਪੜ੍ਹਾਈ ਦੀਆਂ 13 ਯੂਨੀਵਰਸਿਟੀਆਂ ਦੇ ਲੜਕੇ ਉੱਥੇ ਬੁੱਧਿਜ਼ਮ ਪੜ੍ਹਦੇ ਨੇ ਆ ਕੇ ਇੱਕ ਯੂਨੀਵਰਸਿਟੀ ਵਿੱਚ। ਸਾਡੇ ਵੀ ਕਿਤੇ ਇਸ ਤਰ੍ਹਾਂ ਦੀਆਂ ਬਣ ਜਾਣ ਤਾਂ ਬਹੁਤ ਚੰਗਾ ਹੋਵੇ। ਉੱਥੇ ਉਹ ਲੜਕੇ ਲੜਕੀਆਂ ਇਕੱਠੇ ਹੋਏ ਅਤੇ ਉਹਨਾਂ ਨੂੰ ਕੁਛ ਧਰਮ ਦੇ ਬਾਰੇ ਹੋਰ ਕੁਛ ਵਿਚਾਰ ਦੱਸੇ। ਡਾਕਟਰ ਗੋਪਾਲ ਸਿੰਘ ਹੋਰੀ ਅੰਗਰੇਜ਼ੀ ਜਾਣਦੇ ਸਨ, ਮੈਂ ਤਾਂ ਜਾਣਦਾ ਨਹੀਂ ਬੋਲਣ। ਅਤੇ ਉਹਨਾਂ ਨੇ ਫਿਰ ਬਾਅਦ ਵਿੱਚ ਸਵਾਲ ਪੁੱਛਿਆ ਵੀ ਸਾਰਿਆਂ ਦਾ ਸਾਂਝਾ ਧਰਮ ਕਿਹੜਾ? ਮੈਂ ਅਤੇ ਪੰਡਤ ਜੀ ਅਸੀਂ ਅੰਗਰੇਜ਼ੀ 'ਤੇ ਬੋਲ ਨਹੀਂ ਸਕਦੇ। ਫਿਰ ਜਿਹੜਾ ਉਹਨਾਂ ਨੇ ਦੱਸਿਆ, ਉਸ ਤੋਂ ਬਾਅਦ ਉਹਨਾਂ ਨੂੰ ਬੇਨਤੀ ਕੀਤੀ ਮੈਂ ਪੰਜਾਬੀ ਵਿੱਚ ਆਖਾਂਗਾ ਅਤੇ ਤੁਸੀਂ ਇਹਨਾਂ ਨੂੰ ਅੰਗਰੇਜ਼ੀ ਵਿੱਚ ਦੱਸ ਦਿਓ। ਜਿਹੜਾ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਧਰਮ ਹੈ, ਮੇਰਾ ਨਹੀਂ ਖਿਆਲ ਉਸ ਧਰਮ ਤੋਂ ਕੋਈ ਵੀ ਇਨਕਾਰ ਕਰ ਸਕਦਾ ਹੋਵੇ। ਉਹ ਧਰਮ ਕੀ ਹੈ? ਅੱਜ ਪੀਰ ਸਾਹਿਬ ਸਾਡੇ ਕੋਲ ਬੈਠੇ ਨੇ, ਉਹਨਾਂ ਨੇ ਫਰੀਦ ਜੀ ਦਾ ਜ਼ਿਕਰ ਕੀਤਾ। ਮੈਨੂੰ ਬੜੀ ਸੰਗ ਆਉਂਦੀ ਹੈ ਇਹ ਗੱਲ ਸੋਚ ਕੇ ਵੀ ਸਾਡੀ ਬਾਣੀ ਦੇ ਵਿੱਚ ਕੋਈ ਉਹ ਪਾਸਾ ਨਹੀਂ ਜਿਹੜਾ ਛੱਡਿਆ ਹੋਵੇ। ਮੁਸਲਮਾਨਾਂ ਦੀ, ਹਿੰਦੂਆਂ ਦੀ, ਸਾਰਿਆਂ ਦੀ ਬਾਣੀ, ਗੁਰੂ ਸਾਹਿਬਾਂ ਦੀ ਤਾਂ ਹੈ ਹੀ। ਜਿਨ੍ਹਾਂ ਦੀ ਬਾਣੀ ਸਾਡੇ ਵਿੱਚ ਹੈ, ਸਾਨੂੰ ਉਹਨਾਂ ਸਾਰਿਆਂ ਦਾ ਅਦਬ ਕਰਨਾ ਚਾਹੀਦਾ। ਹੁਣ ਇਹਨਾਂ ਨਾਲੋਂ ਸਾਡੀ ਸਾਂਝ ਕਿਵੇਂ ਟੁੱਟ ਸਕਦੀ, ਜਿੱਥੇ ਫਰੀਦ ਜੀ ਦੀ ਬਾਣੀ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰ ਦਿੱਤੀ ਹੈ, ਅਸੀਂ ਉਹਨਾਂ ਨੂੰ ਕਿਵੇਂ ਛੱਡ ਸਕਦੇ ਹਾਂ? ਮੁਸਲਮਾਨ ਕਹਾਵਨ ਮੁਸਕਲ, ਜੇ ਹੋਏ ਤਾਂ ਮੁਸਲਮਾਨ ਕਹਾਵੈ। ਅਵਲ ਔਲ ਦੀਨ ਕਰ ਮਿੱਠਾ, ਮਸਕਲ ਮਾਨਾ ਮਾਨ ਮੁਸਾਵੈ। ਅੱਗੇ ਜਾ ਕੇ ਲਿਖਿਆ ਰੱਬ ਕੀ ਰਜਾਏ ਮੰਨੈ, ਸਿਰ ਉੱਪਰ ਕਰਤਾ ਮੰਨੇ ਆਪ ਗਵਾਵੈ। ਕਹੋ ਨਾਨਕ ਸਰਬ ਜੀਆ ਮਿਹਰਮਤ ਹੋਏ ਤਾਂ ਮੁਸਲਮਾਨ ਕਹਾਵੈ। ਹੁਣ ਇਹ ਧਰਮ ਸਾਡੇ ਨਾਲ ਕਿਸ ਤਰ੍ਹਾਂ ਵੱਖਰਾ ਹੋ ਸਕਦਾ? ਇੱਕ ਆਦਮੀ ਕਹਿੰਦਾ ਹੈ ਮੈਂ ਕੱਪੜੇ ਦੀ ਦੁਕਾਨ ਕਰਦਾ, ਦੂਜਾ ਦਾ ਮੈਂ ਵੀ ਕੱਪੜੇ ਦੀ ਦੁਕਾਨ ਕਰਦਾ, ਉਹਦਾ ਚੰਗਾ ਫਿਰ ਅਸੀਂ ਇਕੱਠੇ ਬਹਿ ਜਾਈਏ। ਇਸੇ ਤਰ੍ਹਾਂ ਹੀ ਜੇ ਅਸੀਂ ਸਾਰੇ ਜੀਆਂ ਦੇ ਉੱਤੇ ਰਹਿਮ ਕਰਨ ਵਾਲਾ ਮੁਸਲਮਾਨ ਹੈ ਅਤੇ ਹਿੰਦੂ ਵੀ, ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਲਿਖਿਆ ਏਕਾਦਸੀ ਨਿਕਟ ਪੇਖਾ ਹਾਰੇ ਰਾਮ, ਇੰਦਰੀ ਬਸ ਕਰ ਸੁਣਾ ਹਾਰੇ ਨਾਮ, ਮਨ ਸੰਤੋਖ ਸਰਬ ਜੀਅ ਦਇਆ, ਇਨ ਬਿਧ ਵਰਤ ਸੰਪੂਰਨ ਪਿਆ। ਤੁਸੀਂ ਜਦੋਂ ਮਾਘੀ ਦਾ ਮਹੀਨਾ
ਲੰਘਿਆ ਥੋੜ੍ਹਾ ਚਿਰ ਹੋ ਗਿਆ ਤੇ ਸੁਣਨ ਵਾਸਤੇ ਜਾਂਦੇ ਹੋ, ਉੱਥੇ ਇੱਕ ਤੁਕ ਆਉਂਦੀ ਹੈ 860 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਕਿਹੜਾ ਧਰਮ ਹੈ ਜਿਹੜਾ ਸਾਡੇ ਤੋਂ ਇਸ ਗੱਲ ਤੋਂ ਵੱਖਰਾ ਹੋ ਸਕਦਾ ਹੈ? ਤਾਂ ਮੈਂ ਉਹਨਾਂ ਨੂੰ ਇਹ ਗੱਲ ਆਖੀ ਕਿ ਗੁਰੂ ਸਾਹਿਬ ਨੇ ਜੋ ਕੁਛ ਬਾਣੀ ਦੁਆਰਾ ਸਾਨੂੰ ਦੱਸਿਆ, ਉਹ ਲਿਖਿਆ ਉਹਨਾਂ ਨੇ, ਫਰੀਦ ਜੀ ਨੇ, ਬੋਲੀਐ ਸੱਚ ਧਰਮ ਝੂਠ ਨਾ ਬੋਲੀਐ। ਮੇਰਾ ਖਿਆਲ ਇਹਦੇ ਤੋਂ ਕਮਿਊਨਿਸਟ ਜਾਂ ਜਿਹਨਾਂ ਨੂੰ ਨਾਸਤਕ ਮੰਨਿਆ ਜਾਂਦਾ ਹੈ, ਉਹ ਵੀ ਇਹ ਗੱਲ ਨਹੀਂ ਆਖਣਗੇ ਝੂਠ ਬੋਲਿਆ ਕਰੋ, ਉਹ ਨਹੀਂ ਆਖਣਗੇ। ਤੇ ਫਿਰ ਅਸੀਂ ਸਾਰੇ ਇੱਕ ਧਰਮ ਨੂੰ ਮੰਨਣ ਵਾਲੇ ਹੋ ਜਾਂਦੇ ਹਾਂ ਕਿ ਨਹੀਂ ਹੋ ਜਾਂਦੇ, ਤੁਸੀਂ ਸੋਚਣਾ ਗੁਰੂ ਸਾਹਿਬ ਦੇ ਹੁਕਮ ਅਨੁਸਾਰ। ਉਹਨਾਂ ਨੇ ਫਿਰ ਕਈ ਸਾਡੇ ਕੋਲ ਆ ਕੇ ਉੱਠ ਕੇ ਉਸ ਸਭਾ ਤੋਂ ਬਹੁਤ ਸਾਰੇ ਸਾਨੂੰ ਮਿਲੇ ਅਤੇ ਬੜੀ ਖੁਸ਼ੀ ਪ੍ਰਗਟ ਕੀਤੀ ਕਿ ਇਹ ਤੁਸੀਂ ਬਹੁਤ ਵਧੀਆ ਗੱਲ ਆਖੀ ਹੈ। ਗੱਲ ਸਾਡੀ ਨਹੀਂ, ਉਹ ਅਖਬਾਰ ਸਾਗੁਰਾਂ ਨੇ ਸਾਡੇ ਕੋਲ ਲਈ ਹੈ, ਗੱਲ ਸਾਗੁਰਾਂ ਦੀ ਹੈ। ਜੇ ਅਸੀਂ ਉਸ ਰਾਹ 'ਤੇ ਚੱਲੀਏ ਤਾਂ ਇਹ ਗੱਲ ਬਿਲਕੁਲ ਸੱਚ ਹੈ ਕਿ ਸਤਿਗੁਰੂ ਦੇ ਰਾਹ ਚੱਲਣ ਨਾਲ ਸਤਿਗੁਰ ਕੋਟ ਪੈਡਾ ਅੱਗੇ ਹੋਏ ਲੇਤ ਹੈ ਵਾਲੀ ਗੱਲ ਹੋ ਜਾਂਦੀ ਹੈ। ਹੁਣੇ ਤੁਸੀਂ ਗਊ ਦੇ ਬਾਰੇ ਸੁਣਿਆ। ਗਊ ਜੇ ਤਾਂ ਉਹ ਸਿਰਫ ਹਿੰਦੂਆਂ ਨੂੰ ਦੁੱਧ ਦਿੰਦੀ ਹੈ, ਫਿਰ ਤਾਂ ਉਹਨੂੰ ਮੁਸਲਮਾਨ ਮਾਰ ਦਿਆ ਕਰਨ। ਜੇ ਮੁਸਲਮਾਨਾਂ ਅਤੇ ਹਿੰਦੂਆਂ ਦੋਵਾਂ ਨੂੰ ਦੁੱਧ ਦਿੰਦੀ ਹੈ, ਫਿਰ ਉਹ ਈਸਾਈ ਵੀ ਮਾਰ ਦਿਆ ਕਰਨ। ਜੇ ਉਹ ਮੁਸਲਮਾਨਾਂ ਨੂੰ ਈਸਾਈਆਂ ਨੂੰ ਦੁੱਧ ਦਿੰਦੀ ਹੈ, ਫਿਰ ਹਿੰਦੂ ਨੂੰ ਮਾਰ ਦਿਆ ਕਰਨ। ਮੈਂ ਆਪਣੇ ਸਿੱਖਾਂ ਬਾਰੇ ਤਾਂ ਕੁਛ ਨਹੀਂ ਆਉਂਦਾ, ਪਰ ਇਹ ਇਸ ਤਰ੍ਹਾਂ ਹੋ ਸਕਦਾ? ਉਸ ਨੇ ਸਾਰਿਆਂ ਨੂੰ ਦੁੱਧ ਦੇਣਾ। ਕਿੱਡੀ ਵਧੀਆ ਚੀਜ਼ ਹੈ, ਜਿਹੜੇ ਉਹਨੂੰ ਮਾਰ ਦਿੰਦੇ ਨੇ ਉਹਨੂੰ ਵੀ ਦੁੱਧ ਦਿੰਦੀ ਹੈ। ਉਸ ਗਊ ਦੇ ਵਾਸਤੇ ਤੁਹਾਨੂੰ ਸਵਾਮੀ ਵਿਦਈ ਹਰੀ ਜੀ ਨੇ ਬੜਾ ਕੁਝ ਦੱਸਿਆ। ਇੱਥੇ ਕੋਸ਼ਿਸ਼ ਕੀਤੀ ਸੀ ਵੀ ਗਊ ਰੱਖਿਆ ਸੰਮੇਲਨ ਨਹੀਂ, ਗਊ ਸੇਵਾ ਸੰਮੇਲਨ ਰੱਖਣ ਦਾ ਸੋਚਿਆ ਸੀ, ਪਰ ਉਹ ਹੋ ਨਹੀਂ ਸਕਿਆ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਪਤਾ ਨਹੀਂ ਕਿੰਨੀਆਂ ਗਊਆਂ ਕਲਕੱਤਿਓਂ ਛੁਡਾਈਆਂ, ਬੁੱਚੜਾਂ ਕੋਲੋਂ ਛੁਡਾ ਕੇ ਲਿਆਂਦੀਆਂ। ਉਹ ਕਹਿੰਦੇ ਨੇ ਇੱਕ ਬੱਕਰਾ ਸੀ, ਬੱਕਰਾ ਉਹ ਕਿਸੇ ਦੇ ਕਾਬੂ ਆ ਜਾਂਦਾ। ਇੱਕ ਤਾਂ ਉਹਨੂੰ ਕਹਿੰਦਾ ਵੀ ਮੈਂ ਉਹਨੂੰ ਹਲਾਲ ਕਰਨਾ, ਦੂਸਰਾ ਕਹਿੰਦਾ ਮੈਂ ਝਟਕਾ ਕਰਨਾ। ਉਹ ਬੱਕਰੇ ਨੂੰ ਨਹੀਂ ਕਦੇ ਕਿਸੇ ਨੇ ਪੁੱਛਿਆ ਵੀ ਤੂੰ ਕਿਹੜੀ ਗੱਲ 'ਤੇ ਰਾਜੀ ਆ। ਸੋ ਮੈਂ ਇਸ ਤਰ੍ਹਾਂ ਸਮਝਦਾ ਵੀ ਕਈ ਗੱਲਾਂ ਸਾਡੇ ਵਿੱਚ ਐਸੀਆਂ ਆ ਜਾਂਦੀਆਂ ਨੇ ਜਿਨ੍ਹਾਂ ਦੇ ਕਾਰਨ ਸਾਡੀਆਂ ਗਿਰਾਵਟਾਂ ਹੁੰਦੀਆਂ ਨੇ। ਉਹਦੇ ਵਿੱਚ ਧਰਮ ਦਾ ਕਸੂਰ ਕੋਈ ਨਹੀਂ, ਸਾਡਾ ਆਪਣਾ ਕਸੂਰ ਹੈ, ਅਸੀਂ ਉਹਨੂੰ ਜਿਸ ਸਮਝ ਨਹੀਂ ਸਕਦੇ। ਸਤਿਗੁਰੂ ਰਾਮ ਸਿੰਘ ਨੇ ਕਿੱਡੀ ਵੱਡੀ ਗੱਲ ਆਖੀ। ਤੁਹਾਨੂੰ ਪਤਾ ਹੈ ਕਿ ਗਊਆਂ ਨੂੰ ਛਡਾਉਣ ਵਾਸਤੇ ਕਈ ਸਿੱਖ ਸ਼ਹੀਦ ਹੋਏ, ਕਾਲੇ ਪਾਣੀਆਂ ਦੇ ਕਸ਼ਟ ਝੱਲੇ, ਕਈਆਂ ਨੂੰ ਸਮੁੰਦਰਾਂ 'ਚ ਵੀ ਡੋਬ ਡੋਬ ਕੇ ਮਾਰਿਆ ਗਿਆ। ਦੇਸ਼ ਦੀ ਆਜ਼ਾਦੀ, ਧਰਮ ਅਤੇ ਦੇਸ਼ ਵਾਸਤੇ ਜਿਹੜੇ ਕੁਰਬਾਨ ਹੋਏ। ਸਤਿਗੁਰੂ ਰਾਮ ਸਿੰਘ ਨੇ ਕੀ ਹੁਕਮ ਦਿੱਤਾ, ਜਿਸ ਤਰ੍ਹਾਂ ਤੁਹਾਨੂੰ ਹੁਣੇ ਹੀ ਦੱਸਿਆ ਸੀ, ਇੱਕ ਵਕਤਾ ਨੇ, ਮੇਰੇ ਖਿਆਲ ਪੀਰ ਸਾਹਿਬ ਨੇ ਦੱਸਿਆ ਸੀ ਕਿ ਸਾਨੂੰ ਕਿਸੇ ਨਾਲ ਜਿਹੜੀ ਬੁਰਾਈ ਨਹੀਂ ਕਰਨੀ ਚਾਹੀਦੀ। ਕਿੱਡੇ ਨਿਰਮਾਣ ਨੇ, ਕਿਸ ਤਰ੍ਹਾਂ ਉਹਨਾਂ ਨੇ ਤੁਹਾਨੂੰ ਦੱਸਿਆ, ਕਿਸ ਅਹੁਦੇ ਦੇ ਉੱਤੇ ਨੇ, ਕਿੰਨੀ ਨਿਰਮਾਣਤਾ ਨਾਲ ਉਹਨਾਂ ਨੇ ਆਪਣੀ ਸਾਰੀ ਗੱਲ ਕੀਤੀ ਹੈ। ਮੈਂ ਸੇਵਕ ਹਾਂ, ਮੈਂ ਇਸ ਤਰ੍ਹਾਂ ਦਾ, ਮੈਂ ਇਸ ਤਰ੍ਹਾਂ ਦਾ। ਮੈਂ ਸਮਝਦਾ ਜਿਸ ਦਰਖਤ ਨੂੰ ਫਲ ਲੱਗ ਜਾਂਦਾ ਉਹ ਕੁਦਰਤੀ ਨੀਵਾਂ ਹੋ ਜਾਂਦਾ। ਕਬੀਰ ਜੀ ਨੇ ਲਿਖਿਆ, ਕਬੀਰ ਸਭ ਤੇ ਹਮ ਬੁਰੇ, ਹਮ ਤਾਜ ਭਲੋ ਸਭ ਕੋਏ। ਕਿੱਡੀ ਵੱਡੀ ਗੱਲ ਲਿਖੀ ਹੈ। ਕੀ ਕਬੀਰ ਜੀ ਸਾਰਿਆਂ ਨਾਲੋਂ ਬੁਰੇ ਹੈਗੇ ਸਨ? ਪਰ ਉਹ ਜਿਹੜੇ ਇੱਥੇ ਕੁ ਪਹੁੰਚ ਜਾਂਦੇ ਨੇ ਨਾ, ਉਹਨਾਂ ਨੂੰ ਮਾੜੀ ਜਿਹੀ ਮੈਲ ਵੀ ਜਿਸ ਵੇਲੇ ਉਹਨਾਂ ਦੇ ਸਾਫ਼ ਪਾਣੀ ਦੇ ਵਿੱਚ ਆਉਂਦੀ ਹੈ ਨਾ, ਤਾਂ ਉਹਨਾਂ ਨੂੰ ਬੜੀ ਮਾੜੀ ਲੱਗਦੀ ਹੈ। ਅਤੇ ਅਸਾਂ ਜਿਨ੍ਹਾਂ ਨੇ ਰੋਜ਼ ਸਿਨੇਮਾ ਵੇਖਣਾ ਹੋਵੇ, ਰੋਜ਼ ਮਾੜੇ ਕੰਮ ਕਰਨੇ ਹੋਣ, ਉਹਨਾਂ ਵਾਸਤੇ ਉਹ ਸਾਰਾ ਆਨੰਦ ਹੀ ਹੈ। ਸੋ ਇਸ ਲਈ ਧਰਮ ਜਿਹੜਾ ਸਾਨੂੰ ਆਪਸ ਵਿੱਚ ਮਿਲਣਾ ਸਿਖਾਉਂਦਾ। ਜਿਹੜਾ ਤੁਸੀਂ ਬਾਜ਼ਾਰ ਵਿੱਚ ਜਾਂਦੇ ਹੋ, ਤੁਹਾਡੇ ਕੋਲ ਉੱਥੇ ਗੰਦੀਆਂ ਨਾਲੀਆਂ ਵੀ ਨੇ, ਬਾਜ਼ਾਰ ਵਿੱਚ ਖੁਸ਼ਬੂਦਾਰ ਜਗ੍ਹਾ ਵੀ ਨੇ। ਇਹ ਅਸਾਂ ਵੇਖਣਾ ਕਿ ਅਸਾਂ ਕਿਹੜੇ ਥਾਂ ਚੁਣਨੀ ਆ। ਅਤੇ ਜਿਹੜਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕੀ ਹੁਕਮ ਦਿੱਤਾ, ਉਹਨਾਂ ਨੇ ਆਖਿਆ ਭਈ ਤੁਹਾਡੇ ਬੂਹੇ ਦੇ ਉੱਤੇ ਉੱਥੇ ਸਦਾ ਵਰਤ ਲਾਇਆ। ਸਦਾ ਵਰਤ ਦਾ ਮਤਲਬ ਇਹ ਹੈ ਜਿਹੜਾ 24 ਘੰਟੇ ਖੁੱਲ੍ਹਾ। ਜੇ ਕਿਤੇ ਇਹ ਲਿਖਿਆ ਹੋਵੇਗਾ ਨਾ ਇਹ ਸਦਾ ਵਰਤ 12 ਵਜੇ ਤੋਂ 2 ਵਜੇ ਤੱਕ ਖੁੱਲ੍ਹਾ ਹੈ, ਉਹ ਸਦਾ ਵਰਤ ਨਹੀਂ, ਉਹਦੇ 2 ਘੰਟੇ ਵਰਤ ਹੋਣਾ ਚਾਹੀਦਾ ਨਾ।
पर सतगुरु राम सिंह ने जिहड़ा वरत लाया प्रशादे का, यानी सब तो परली गल जिहड़ी है ना, उदों बाकी हेठां ही रह जांदियां ने। उन्होंने आख्या जे गां नूं मार के ते लहू दी छुरी भिजी नाल तुहाडे कोल कोई बंदा आके रोटियों खाली चल जाता चला जाता, मैं तुहाडे ते राजी नहीं हाँ। किड्डी वड्डी गल है। ਇਹਦਾ मतलब रोटी भुखे नूं रोटी, नंगे नूं कपड़ा देना, गऊ ते गरीब की रखिया करनी, ये साडा धर्म है। ये कोई सियासत बाहर नहीं रह जाती, कोई धर्म वाली गल बाहर नहीं रहिंदी। मैं अंत विच उन्हां सारे आया वक्तां दा, प्रतिष्ठित सज्जना का बहुत धन्नवाद करदा, सन्मान करदा कि उन्होंने आके दर्शन दिते ने ते सानू हौसला दिता है। तो साध संगत का बहुत धन्नवाद है जिहड़े चुप करके बैठे ने। मैनू कुछ आदमी आंदे सन भई इस तरह का शांत वातावरण पहले होलिया इस तरह का नहीं सी, जिस तरह इत्थे आके सवेरे आस्था रिवाज पता नहीं 5 घंटे 6 घंटे जो 3 बजे तो आके बैठते हैं 8 बजे तक 9 बजे तक। तो यो एक चीज़ है। भाई नंद लाल जी ने लिखा है, खुश हस्त उम्र के दर यार बगुजरत, वगर न चे हासरस अति गुंबरे गुंबदे कबूद मरा। नहीं तो इस नीले आकाश के तंबू हेठां और कुछ भी नहीं लैण देण नूं। वो उम्र चंगी है जिहड़ी सतगुरू की याद विच लंघदी है। साड़ियाँ घड़ियाँ लेखे लगदियां ने। गग्गा गोबिंद गुण रवाहो, सास सास जप नीत, कहा बिसासा देह का, बिलम न करे हो मीत। मैं ये अर्ज करके आग्या लवां। एक वेरा सब गज के आखो धन श्री सतगुरु राम सिंह जी। तुसां कई दिन तो दीवान कीर्तन विख्यान विचार विद्वानां दे सरवण कीते ने। जदों दी सृष्टि की साजना अकाल पुरख ने कर दिती है, एक पासे भगवान नां दी एक चीज़ भेज दिती है, एक पासे उस दे भगत भेज दिते ने, ते तीजे वो भेज दिते ने जिहड़े उन्हां नूं नहीं मनदे जां उन्हां दी मुखालफत करदे ने। इतिहास नूं पढ़न तो पता लगदा है कि ये गल एक आम वर्गी हो गई है, चली आउंदी रही है, चली जा रही है, ते अगांह नूं भी इस तरह लगदा है कि इस तरह होवेगा। दो फौजां बना दित्तियां ने, चंगियाइयां ते बुराइयां दियां, उन्हां दियां लड़ाइयां चलदियां रहिंदियां ने। बाहर सृष्टि के उत्ते तुहानूं पता है किसी का झुग्गा भज जाए तो उन्होंने कहते ने चोरी हो गई, उसका बड़ा नुकसान हो गया। पर जो सतगुरां ने बाणी द्वारा सानूं दस्सिया, इस देही अंदर पंच चोर वसै, काम क्रोध लोभ मोह अहंकारा, अमृत लूटा है मनमुख नहीं बूझा, कोई ना सुने पुकारा। पिछे हले गुले होए सन ना, तो उदों तुहानूं पता है भी कोई नहीं सुनता, तो बड़ा वेखदे सन। फिर हो सकता है जिहड़े धर्म नूं मनण वाले ने वो अपने जिस धर्म नूं मनदे ने उसका आसरा ढूंढते होण जां उस दी आसरे की गल सोचते होण। कल इत्थे धर्म सम्मेलन एक छोटा जिहा हो सकिया, उहदे विच जिहड़े वक्ता सज्जन आए सन उन्हां विचों कुछना ने यह गल आखी पई ये दिल्ली दे विच चानन मुरारा जिथे हिंदू सिख मुसलमान सारे इकट्ठे बैठ के असीं विचार करते हैं, जे लत्त ते बांह आपस में लड़ पैण, लत्त आखे भी बांह नहीं चाहिए तो बांह आखे लत्त नहीं चाहिए, तो बांह नूं चुक के लत्त ने ले जाना है, तो जे लत्त ते सट वज जाए तो बांह ने उहदा उपचार करना है, तो दोवें काम रह जाणगे। इस वास्ते आपस में सब नूं मिल के रहना चाहिए। अपने अपने धर्म अनुसार किसी नूं जिहनूं मनदे हो, हर एक आदमी नूं एक दूसरे के धर्म का आदर ते सत्कार करना चाहिए। अपने धर्म दे विच रहिंदियां होइयां ये सारा कुछ हो सकता है। जो कुछ सानूं बाणी द्वारा प्राप्त हुंदा है, जिस तरह तुहानूं भगतां दी ते भगवान की गल दसी है, जो कुछ भगत की तारीफ लिखी है, भगत मुख है तो बोलते से बचन हो बंदे। जिहड़ी गल भगत मूँहों आख देवे वो गल हो जाती है।
ਉੱਥੇ ਇਹ ਨਹੀਂ ਲਿਖਿਆ ਕਿ ਉਹ ਕੇਸਾਂ ਦਾੜੀ ਵਾਲਾ ਹੋਵੇ, ਮੋਨਾ ਹੋਵੇ, ਭਗਵੇ ਪਾਏ ਹੋਣ, ਚਿੱਟੇ ਪਾਏ ਹੋਣ, ਉਹ ਮੁਸਲਮਾਨ ਹੈ, ਉਹ ਹਿੰਦੂ ਹੈ, ਉਹ ਸਿੱਖ ਹੈ, ਇਹ ਬਿਲਕੁਲ ਨਹੀਂ ਲਿਖਿਆ। ਤੇ ਇੱਥੋਂ ਵੇਖ ਲਿਆ ਕਰੋ, ਜਿਹੜਾ ਕੋਈ ਗੱਲ ਆਖਦੇ ਹੋ ਜਾਏ ਹੋ ਜਾਂਦੀ ਹੈ ਨਾ, ਤੇ ਫਿਰ ਤੋਂ ਭਗਤ ਹੋਇਆ, ਕੱਪੜੇ ਪਾਇਆ ਤਾਂ ਨਹੀਂ ਨਾ ਹੋ ਸਕਦਾ। ਇੱਕ SP ਦੀ ਵਰਦੀ ਪਾ ਕੇ ਆ ਜਾਂਦਾ, ਟ੍ਰੇਨਿੰਗ ਉਹਦੇ ਕੋਲ ਸਿਪਾਹੀ ਦੀ ਵੀ ਨਹੀਂ। ਇੱਕ ਦਾ ਨਾਂ ਲੱਖਾ ਸਿੰਘ ਹੈ ਤੇ ਉਹਦੇ ਕੋਲ 2 ਰੁਪਈਏ ਵੀ ਨਾ ਹੋਣ। ਇੱਕ ਦਾ ਨਾਂ ਧਰਮ ਸਿੰਘ ਹੈ, ਉਹ ਆਖੇ ਧਰਮ ਨੂੰ ਤਾਂ ਮੈਂ ਮੰਨਦਾ ਹੀ ਨਹੀਂ। ਇਹ ਗੱਲ ਇਸ ਤਰ੍ਹਾਂ ਦੀ ਹੋ ਜਾਂਦੀ ਹੈ। ਜਿਸ ਤਰ੍ਹਾਂ ਇਹ ਲਿਖਿਆ ਭਗਤ ਮੁਖੈ ਤੇ ਬੋਲਦੇ ਸੇ ਬਚਨ ਹੋਵੰਦੇ, ਇਸੇ ਤਰ੍ਹਾਂ ਹੀ ਇਹ ਲਿਖਿਆ ਹੈ ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾ ਮਨ ਲਈ ਰਜਾਏ ਜੀਓ। ਭਗਵਾਨ ਦੇ ਵਾਸਤੇ ਤੁਸੀਂ ਹੁਣੇ ਸਲੋਕਾਂ ਵਿੱਚ ਸੁਣਿਆ, ਲੋਭ ਮੋਹ ਤੇ ਅਭਿਮਾਨ ਨੂੰ ਜਿਹਨੇ ਛੱਡ ਦਿੱਤਾ ਸੋ ਮੂਰਤ ਭਗਵਾਨ। ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਇਸ ਤਰ੍ਹਾਂ ਅਸੀਂ ਇਕੱਠੇ ਮਿਲਦੇ ਰਹੀਏ ਤੇ ਫਿਰ ਕੋਈ ਗੱਲ ਨਹੀਂ ਜਿਹੜੀ ਨਾ ਅਸੀਂ ਕਰ ਸਕੀਏ। ਤੁਹਾਡੇ ਸਾਹਮਣੇ ਹੁਣੇ ਜਿਹੜੇ ਸੱਜਣ ਆਏ ਨੇ, ਮੈਨੂੰ ਇਹਨਾਂ ਦਾ ਨਾਂ ਤੋਂ ਨਹੀਂ ਮੈਂ ਜਾਣਕਾਰ, ਪਰ ਇਹਨਾਂ ਦੱਸਿਆ ਗਿਆ ਕਿ ਪਾਕਿਸਤਾਨ ਦੇ ਅੰਬੈਸਡਰ ਨੇ। ਅਸੀਂ ਜਿੰਨੇ ਆ ਨਾ ਸਿੱਖ, ਸਾਨੂੰ ਸਤਿਗੁਰਾਂ ਵੱਲੋਂ ਇੱਕ ਰਾਜਦੂਤਕ ਸੰਬੰਧ ਲੋਕਾਂ ਨਾਲ ਜੋੜਨ ਵਾਸਤੇ ਭੇਜਿਆ ਜਾਂਦਾ ਆਪਣੇ ਧਰਮ ਦੇ ਬਾਰੇ। ਅਸੀਂ ਆਪਸ ਵਿੱਚ ਦਿਲੋਂ ਮਿਲੀਏ ਤੇ ਕੋਈ ਐਸੀ ਗੱਲ ਨਹੀਂ ਜਿਹੜੀ ਝਗੜੇ ਵਾਲੀ ਹੋ ਸਕੇ। ਝਗੜੇ ਵਾਲੀਆਂ ਸ਼ਕਤੀਆਂ ਜ਼ਿਆਦਾ ਤੇਜ਼ ਹੁੰਦੀਆਂ ਜਾਂਦੀਆਂ ਨੇ, ਝਗੜਾ ਨਿਪਟਾਉਣ ਵਾਲੀਆਂ ਘੱਟ ਹੁੰਦੀਆਂ ਜਾਂਦੀਆਂ ਨੇ। ਇਹ ਦੱਸਦੇ ਨੇ ਕਿ ਅਮਰੀਕਾ ਤੋਂ ਲੱਗ ਕੇ ਰੂਸ ਤੱਕ ਜਿਹੜਾ ਹਥਿਆਰ ਉਹਨਾਂ ਨੇ ਮਾਰਨ ਵਾਸਤੇ ਪਹੁੰਚਾਉਣਾ ਹੈ, ਉਹਨੂੰ ਸਿਰਫ 5 ਮਿੰਟ ਲੱਗਣੇ ਨੇ। ਜੇ ਉਹਨੂੰ ਯੂਰਪ ਵਿੱਚੋਂ ਭੇਜਿਆ ਜਾਵੇ ਤੇ ਉਹਨੂੰ 2.5-3 ਮਿੰਟ ਲੱਗਣਗੇ ਸਾਰੇ। ਤੇ ਉਹ ਡਿੱਗੇਗਾ ਕਿੱਥੇ? ਜਿੱਥੇ ਉਹਨਾਂ ਨੇ ਨਿਸ਼ਾਨਾ ਮਿਥਿਆ ਉਹਦੇ 1 ਫੁੱਟ ਦੇ ਅੰਦਰ ਅੰਦਰ ਜਾ ਕੇ ਡਿੱਗੇਗਾ ਉਹ। ਕਿੰਨੀ ਚੇਤਨਾ ਹੈ, ਕਿੰਨਾ ਇਸ ਪਾਸੇ ਵਿਸ਼ਵਾਸ ਪੈਦਾ ਹੋ ਗਿਆ ਹੈ, ਕਿੰਨੀ ਪ੍ਰਗਤੀ ਹੋ ਗਈ ਹੈ ਕਿ ਇੱਧਰ ਲੱਗਣ ਲੱਗੀ ਹੈ। ਪਰ ਜੇ ਇਹ ਲੱਗਣ ਲੱਗ ਜਾਵੇ, ਕੋਈ ਸਾਰੀ ਦੁਨੀਆ ਦੇ ਉੱਤੇ ਭੁੱਖਾ ਨਾ ਰਹੇ, ਕੋਈ ਨੰਗਾ ਨਾ ਰਹੇ, ਕੋਈ ਮਕਾਨ ਤੋਂ ਬਿਨਾਂ ਨਾ ਰਹੇ, ਤੇ ਮੈਂ ਨਹੀਂ ਸਮਝਦਾ ਇਹ ਗੱਲ ਕੋਈ ਔਖੀ ਹੈ। ਜਿੱਥੇ ਇੰਨੇ ਵੱਡੇ ਜਨਰੇਟਰ ਲਾ ਕੇ ਬਿਜਲੀ ਪੈਦਾ ਕੀਤੀ ਜਾਂਦੀ ਹੈ ਕਿ ਛੋਟਾ ਜਿਹਾ ਆਲਾ ਜਿਹੜਾ ਉਹ ਰੱਖ ਕੇ ਸਾਰੇ ਸ਼ਹਿਰ ਨੂੰ ਬਿਜਲੀ ਦੇ ਸਕਦਾ, ਪਰ ਇਸ ਪਾਸੇ ਸਾਡੀ ਲਗਨ ਬੜੀ ਘੱਟ ਹੈ। ਸੋ ਮੈਂ ਤੁਹਾਨੂੰ ਦੱਸ ਰਿਹਾ ਸਾਂ ਕਿ ਭਗਵਾਨ ਦੀ ਮੂਰਤ ਉਹ ਹੈ, ਲੋਭ ਮੋਹ ਅਭਿਮਾਨ ਦਾ ਤਿਆਗ ਕਰ ਦਿੱਤਾ ਹੈ। ਲੋਭ ਮੋਹ ਅਭਿਮਾਨ ਦਾ ਤਿਆਗ ਲੱਕੜ, ਪੱਥਰ, ਲੋਹਾ ਆਦਿ ਕੋਈ ਚੀਜ਼ ਨਹੀਂ ਕਰ ਸਕਦੀ, ਨਾ ਇਹਨਾਂ ਨੂੰ ਵਿਆਪਦਾ। ਇਹਦੇ ਕੋਲ ਇਸ ਸਪੀਕਰ ਦੀ ਕਿੰਨੀ ਤਾਰੀਫ ਕਰੀ ਜਾਓ, ਇਹਨੇ ਬਿਲਕੁਲ ਨਹੀਂ ਫੁੱਲਣਾ। ਇਹਦੀ ਨਿੰਦਿਆ ਕਿੰਨੀ ਕਰੀ ਜਾਓ, ਇਹਨੂੰ ਬਿਲਕੁਲ ਹਾਨੀ ਨਹੀਂ ਜਾਪਣੀ। ਪਰ ਇਹ ਸਾਰੀ ਚੀਜ਼ ਤਾਂ ਉਸ ਨੂੰ ਜਾਪਦੀ ਜਿਹੜਾ ਲਿਖਿਆ ਨਾ ਸੋ ਮੂਰਤ ਭਗਵਾਨ, ਤੇ ਉਹਦੀ ਤਾਰੀਫ ਭਗਵਾਨ ਦੀ ਲਿਖੀ ਹੈ। ਕੋਈ ਵੀ ਬਣ ਸਕਦਾ। ਅੱਜ ਤੁਹਾਡੇ ਸਾਹਮਣੇ ਸ਼ਾਦੀਆਂ ਦੀ ਰਸਮ ਹੋਈ ਹੈ। ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਵੀ ਇਹਨਾਂ ਸ਼ਾਦੀਆਂ ਦੇ ਵਿੱਚ ਕੋਈ ਘਾਟਾ ਵਾਧਾ ਨਾ ਹੋਵੇ। ਇਹਨਾਂ 'ਚੋਂ ਮੈਨੂੰ ਗਿਣਤੀ ਤਾਂ ਨਹੀਂ ਯਾਦ, ਪਰ ਬਹੁਤ ਸਾਰੀਆਂ ਸ਼ਾਦੀਆਂ ਐਸੀਆਂ ਵੀ ਹੋਈਆਂ ਨੇ ਜਿਨ੍ਹਾਂ ਨੂੰ ਰਾਤ ਨਹੀਂ, ਸ਼ਾਇਦ 11-12 ਵਜੇ ਉਹਨਾਂ ਨੂੰ ਆਖਿਆ ਵੀ ਤੇ ਇਹ ਫਲਾਣਾ ਲੜਕਾ ਤੇ ਫਲਾਣੀ ਲੜਕੀ, ਉਹ ਸਵੇਰੇ ਤਿਆਰ ਹੋ ਕੇ ਆ ਗਏ ਨੇ। ਮੈਂ ਇਸ ਤਰ੍ਹਾਂ ਹੀ ਸਮਝਦਾ ਵੀ ਜਿਵੇਂ ਬਿਮਾਰ ਆਦਮੀ ਰੋਟੀ ਖਾਣ ਲੱਗਾ, ਪ੍ਰਸ਼ਾਦਾ ਛਕਣ ਲੱਗਾ, ਉਹ ਸਮਝਦਾ ਕਿ ਮੈਂ ਲੂਣ ਘੱਟ ਨਾ ਹੋਵੇ, ਵੱਧ ਨਾ ਹੋਵੇ, ਸਬਜ਼ੀ ਫਲਾਣੀ ਖਾਵਾਂ, ਇਸ ਤਰ੍ਹਾਂ ਖਾਵਾਂ, ਉਹਨੂੰ ਕਾਫੀ ਤਕਲੀਫ ਆਉਂਦੀ ਹੈ। ਜਿਹੜਾ ਤੰਦਰੁਸਤ ਆਦਮੀ ਹੈ ਉਹ ਦਵਾ ਦਵ ਜਾਂਦਾ ਪ੍ਰਸ਼ਾਦਾ ਛਕ ਕੇ ਝਟਪਟ ਆਪਣੇ ਕੰਮ 'ਤੇ ਚਲਾ ਜਾਂਦਾ। ਇਸੇ ਤਰ੍ਹਾਂ ਹੀ ਜਦੋਂ ਸਾਡੇ ਅੰਦਰ ਮਨਮੱਤ ਦੀ ਬਿਮਾਰੀ ਆ ਜਾਂਦੀ ਹੈ, ਉਸ ਵੇਲੇ ਫਿਰ ਅਸੀਂ ਸੋਚਦੇ ਹਾਂ ਮਾਮਾ ਵੀ ਆਵੇ, ਮਾਮੀ ਆਵੇ, ਫਲਾਣਾ ਆਵੇ, ਉਹ ਫਲਾਣੇ ਨੂੰ ਇੰਨੇ ਪੈਸੇ ਦੇਣੇ ਨੇ, ਫਲਾਣੇ ਨੂੰ ਇੰਨੇ ਪਹਿਨਾਉਣੀਆਂ ਦੇਣੀਆਂ ਨੇ, ਅਤੇ ਉਹਦਾ ਫਲਾਣਾ ਰਿਸ਼ਤੇਦਾਰ ਨਾਲ ਗੁੱਸੇ ਹੋ ਜਾਏ, ਇਸ ਵਾਸਤੇ ਮੈਂ ਉੱਥੇ ਸ਼ਾਦੀ ਨਹੀਂ ਕਰਨੀ। ਇਸ ਕਰਕੇ ਇਹ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦੇ ਹਾਂ ਅਸੀਂ ਸ਼ਾਦੀਆਂ ਦੇ ਵਿੱਚ। ਜਿਹੜੀ ਸ਼ਾਦੀਆਂ ਤੰਦਰੁਸਤੀ ਵਾਲੀਆਂ ਨੇ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੈ, ਰਾਤੀ ਗੱਲ ਹੋਈ ਹੈ ਅਤੇ ਸਵੇਰੇ ਵਿਆਹ ਹੋ ਗਿਆ, ਕਿੱਡਾ ਵਧੀਆ ਕੰਮ ਹੈ। ਫਿਰ ਇਕੱਠੇ ਜੇ ਇੱਕ ਵਿਆਹ ਦੇ ਉੱਤੇ ਤੁਸੀਂ 500 ਰੁਪਈਆ ਵੀ ਗਿਣ ਲਓ, ਅਤੇ ਜੇ 50 ਵਿਆਹ ਦੇ ਉੱਤੇ ਸਾਰੇ ਇਕੱਠੇ ਇੱਥੇ ਹੋ ਜਾਣ ਤਾਂ ਉਹਨਾਂ ਦੇ ਬੜਾ ਕਿੰਨਾ ਘੱਟ ਖਰਚਾ ਆਉਂਦਾ, ਜੇ ਇਕੱਲੇ ਇਕੱਲੇ ਦਾ ਕਰੀਏ ਤਾਂ ਉਹਦਾ ਕਿੰਨਾ ਖਰਚਾ ਆ ਜਾਂਦਾ। ਇੱਕ ਇਹ ਗੱਲ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਬਹੁਤ ਹੀ ਸਹੂਲਤਾਂ ਸਾਡੇ ਵਾਸਤੇ ਪੈਦਾ ਕੀਤੀਆਂ ਨੇ, ਸਾਡੇ ਵਾਸਤੇ ਨਹੀਂ,
ਸਾਰੇ ਸੰਸਾਰ ਵਾਸਤੇ ਨੇ। ਸਾਡੇ ਵਿੱਚ ਤਾਂ ਸ਼ਾਇਦ ਇੰਨੇ ਘੱਟ ਹਿੰਦੁਸਤਾਨ 'ਚ ਵਿਆਹ ਹੁੰਦੇ ਹੋਣ, ਬਾਹਰ ਕੋਰੀਆ ਦੇ ਵਿੱਚ ਤੇ ਪਤਾ ਨਹੀਂ 1200 ਪਤਾ ਨਹੀਂ ਕਿੰਨੇ ਕਿੰਨੇ ਹਜ਼ਾਰ ਵਿਆਹ ਇਕੱਠੇ ਕਰਦੇ ਨੇ, ਇੱਕ ਥਾਂ ਬਿਠਾ ਕੇ ਮਿਊਨਿਸਪੈਲਿਟੀ ਵਾਲੇ ਕਰਾ ਦਿੰਦੇ ਨੇ। ਸਤਿਗੁਰੂ ਰਾਮ ਸਿੰਘ ਨੇ ਨਾਵਲ ਵਰਤੋਂ ਦਾ ਹਥਿਆਰ ਦਿੱਤਾ, ਉਹਨੂੰ ਸਾਰਾ ਸੰਸਾਰ ਵਰਤ ਰਿਹਾ ਅੱਜ। ਸਾਦੇ ਪਹਿਰਾਵੇ ਵਾਸਤੇ ਸਾਰੇ ਅੱਜ ਕੋਸ਼ਿਸ਼ ਕਰਦੇ, ਜਿਹੜਾ ਸਤਿਗੁਰੂ ਰਾਮ ਸਿੰਘ ਨੇ ਬੜੇ ਚਿਰ ਤੋਂ ਸਾਡੇ ਵਾਸਤੇ ਆਖਿਆ। ਸੋ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਸ਼ਾਦੀਆਂ ਵਿੱਚ ਕੋਈ ਘਾਟਾ ਵਾਧਾ ਨਾ ਹੋਵੇ, ਕੋਈ ਪਾਰਟੀ, ਕੋਈ ਮਿਲਣੀ, ਕੋਈ ਇਸ ਤਰ੍ਹਾਂ ਦੀ ਸਾਰੀ ਚੀਜ਼ਾਂ ਨਾ ਹੋਣ। ਉਹ ਕੋਈ ਥਾਂ ਨਹੀਂ ਜਿੱਥੇ ਤਰੁੱਟੀ ਨਹੀਂ ਹੁੰਦੀ, ਰਹਿ ਜਾਂਦੀਆਂ ਨੇ, ਲੇਕਿਨ ਸਾਡਾ ਯਤਨ ਇਹ ਹੈ ਵੀ ਇਹ ਇਸ ਤਰ੍ਹਾਂ ਹੋਵੇ। ਅਤੇ ਮੇਰਾ ਖਿਆਲ ਹੈ ਇਹ ਲੜਕੇ ਲੜਕੀਆਂ ਇਸ ਤਰ੍ਹਾਂ ਜ਼ਰੂਰ ਕਰਨਗੇ, ਜਿਹੜੇ ਕਰਨਗੇ ਉਹ ਸੌਖੇ ਰਹਿਣਗੇ। ਕੱਲ੍ਹ ਦਾ ਧਰਮ ਸੰਮੇਲਨ ਜਿਸ ਤਰ੍ਹਾਂ ਦਾ ਹੋਇਆ ਸੀ, ਉਹਦੇ ਵਿੱਚ ਪੀਰ ਨਿਜ਼ਾਮੀ ਜੀ ਆਏ ਸਨ, ਅਤੇ ਇਸੇ ਤਰ੍ਹਾਂ ਹੀ ਵਿਦੇਹੀ ਹਰੀ ਜੀ ਆਏ ਸਨ। ਵਰਮਾ ਜੀ ਤੁਹਾਡੇ ਸਾਹਮਣੇ ਬੈਠੇ ਨੇ, ਇਹਨਾਂ ਨੇ ਕਿਹੜਾ ਸੋਹਣਾ ਕੱਲ੍ਹ ਵਕਤਵ ਦਿੱਤਾ ਸੀ। ਇੱਕ ਜੋਗਿੰਦਰ ਸਿੰਘ ਜੀ ਮੋਨੀ, ਜਿਹੜੇ ਹਜ਼ੂਰ ਸਾਹਿਬ ਤੋਂ ਕਿਰਪਾ ਕੀਤੀ ਸੀ, ਸਿਰਫ ਇਸ ਧਰਮ ਸੰਮੇਲਨ ਵਾਸਤੇ ਦਰਸ਼ਨ ਦਿੱਤੇ ਨੇ ਉਹਨਾਂ ਨੇ ਆ ਕੇ। ਤੋ ਉਹਨਾਂ ਨੇ ਵੀ ਇਹੋ ਕੁਝ ਆਖਿਆ ਸੀ ਵੀ ਸਾਨੂੰ ਸਾਰਿਆਂ ਨੂੰ ਇਕੱਠੇ ਰਹਿਣਾ ਚਾਹੀਦਾ, ਅਤੇ ਅਸੀਂ ਜਿੰਨੇ ਕੱਲ੍ਹ ਇੱਥੇ ਬੈਠੇ ਸਾਂ ਸਾਰੇ ਅਸੀਂ ਇਕੱਠੇ ਰਹਿ ਕੇ ਤੇ ਬੜੇ ਖੁਸ਼ ਹੋਏ ਸਾਂ। ਸੋ ਸਾਨੂੰ ਸਾਰਿਆਂ ਨੂੰ ਆਪਸ ਵਿੱਚ ਮਿਲ ਵਰਤੋਂ ਕਰਨੀ ਚਾਹੀਦੀ ਹੈ, ਆਪਸ ਵਿੱਚ ਝਗੜੇ ਝਾਂਜੇ ਮਿਟਾਉਣ ਦੇ ਆਪਣੇ ਵਿਚਾਰ ਕਰਨੇ ਚਾਹੀਦੇ ਨੇ, ਤਾਂ ਕਿ ਸਾਡਾ ਜੀਵਨ ਸਫਲਾ ਹੋਵੇ। ਆਪੋ ਆਪਣੇ ਧਰਮ ਦੇ ਵਿੱਚ ਰਹਿੰਦਿਆਂ ਅਸੀਂ ਸੱਚੀ ਦਰਗਾਹ ਦੇ ਵਿੱਚ ਸੁਰਖਰੂ ਹੋ ਕੇ ਜਾ ਸਕੀਏ। ਇਸ ਹੋਲੇ 'ਤੇ ਇੰਨੀ ਚੁੱਪਚਾਪ ਦਿੱਲੀ ਸ਼ਹਿਰ ਦੇ ਵਿੱਚ ਕੋਈ ਬਾਹਰ ਦੁਕਾਨ ਮੇਰਾ ਖਿਆਲ ਨਹੀਂ ਹੋਵੇਗੀ ਜਿਹਦੇ ਵਿੱਚ ਪੂੜੀਆਂ, ਕਚੌਰੀਆਂ, ਰੌਲਾ ਗੌਲਾ ਅਤੇ ਗੋਲ ਗੱਪੇ ਜਿਨ੍ਹਾਂ ਨਾਲ ਗਲ ਖਰਾਬ ਹੋਵੇ, ਐਸੀਆਂ ਚੀਜ਼ਾਂ ਕੋਈ ਨਹੀਂ ਇੱਥੇ ਹੋਣਗੀਆਂ। ਅਸੀਂ ਯਤਨ ਕਰਦੇ ਹਾਂ ਸਾਡੇ ਕਿਸੇ ਵੀ ਮੇਲੇ ਦੇ ਉੱਤੇ ਕੋਈ ਦੁਕਾਨਾਂ ਨਾ ਹੋਣ, ਸਿਰਫ ਸਾਡੇ ਉਹਨਾਂ ਕੰਨਾਂ ਦਾ ਸਵਾਦ ਆਵੇ ਜਿਹੜਾ ਗੁਰਬਾਣੀ ਦਾ ਨਾਮ ਦਾ ਜਿਹੜਾ ਰਸ ਹੈ ਸਾਡੇ ਅੰਦਰ, ਜੇ ਹੋ ਸਕੇ ਤਾਂ ਅਸੀਂ ਕੋਸ਼ਿਸ਼ ਕਰੀਏ ਲਈਏ ਉਸ ਨੂੰ। ਅਗਾਂਹ ਨੂੰ ਵੀ ਜਿਨ੍ਹਾਂ ਨੇ ਹੋਲਾ ਲੈਣਾ ਹੋਵੇ ਉਹ ਇਹ ਕੋਸ਼ਿਸ਼ ਕਰਿਆ ਕਰਨ ਵੀ ਉਹ ਜਿੱਥੇ ਵੀ ਹੋਲਾ ਹੋਵੇ ਉੱਥੇ ਕੋਈ ਦੁਆਲੇ ਦੁਆਲੇ ਦੁਕਾਨਾਂ ਵਾਲੇ ਨਾ ਗੇੜੇ ਮਾਰਦੇ ਫਿਰਨ। ਹੁਣ ਇਹ ਤੁਸੀਂ ਸ਼ਾਦੀਆਂ ਦੀਆਂ ਰਸਮਾਂ ਵੇਖ ਲਈਆਂ ਨੇ, ਮੈਂ ਤੁਹਾਨੂੰ ਦੂਸਰੇ ਪਾਸੇ ਵੀ ਥੋੜ੍ਹਾ ਜਿਹਾ ਲਿਜਾਣ ਦੀ ਕੋਸ਼ਿਸ਼ ਕਰਾਂਗਾ ਕਿ ਸਾਡੇ ਜੀਵਨ ਨਗਰ ਦੇ ਸਕੂਲ ਦੇ ਬੱਚੇ ਭੈਣੀ ਸਾਹਿਬ ਰਹਿੰਦੇ ਨੇ ਅੱਜ ਕੱਲ੍ਹ, ਉਹਨਾਂ ਨੇ ਹਾਕੀ ਵਿੱਚ ਬੜੀ ਪ੍ਰਗਤੀ ਕੀਤੀ ਹੈ। ਹਾਕੀ ਵਿੱਚ ਤਾਂ ਬਹੁਤ ਸਾਰੇ ਲੋਕ ਖੇਡਦੇ ਨੇ, ਪਰ ਉਹਨਾਂ ਨੇ ਇੱਕ ਭਾਰਤ ਦੀ ਪਰੰਪਰਾ ਜਿਹੜੀ ਬਹੁਤ ਪੁਰਾਤਨ ਚੱਲੀ ਆ ਰਹੀ ਕਛਹਿਰਾ ਦਸਤਾਰ, ਉਸ ਨੂੰ ਉਹਨਾਂ ਨੇ ਉਸ ਹਾਕੀ ਦੇ ਜਗਤ ਵਿੱਚ ਪਹੁੰਚਾਇਆ, ਅਤੇ ਉਹ ਖੇਡਦੇ ਨੇ ਕਛਹਿਰੇ ਦੇ ਪੱਗ ਨਾਲ। ਜਦੋਂ ਪਟਿਆਲੇ ਮੁੰਡੇ 4 ਘੱਲੇ ਅਤੇ ਉੱਥੇ ਸਿੱਖਾਂ ਨੇ ਆਖਿਆ ਵੀ ਇਹਨਾਂ ਦੇ ਕਛਹਿਰੇ ਨਾ ਦਿਸਣ ਨਿੱਕਰ ਤੋਂ ਬਾਹਰ, ਉਹਨਾਂ ਨੂੰ ਵਾਪਸ ਬੁਲਾ ਲਿਆ। ਫਿਰ ਕੋਸ਼ਿਸ਼ ਕੀਤੀ ਆਪਣੇ ਕੋਲ ਰੱਖ ਕੇ, ਸਾਰੇ ਮਾਸਟਰ ਵੀ ਆਪਣੇ ਰੱਖੇ ਨੇ, ਉਹਨਾਂ ਨੂੰ ਬੱਚਿਆਂ ਨੂੰ ਪੜ੍ਹਾਈ ਵੀ ਹੁੰਦੀ ਹੈ, ਅਤੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਨਾਂ ਦੀ ਖੁਰਾਕ ਵਗੈਰਾ ਦਾ ਪੂਰਾ ਪ੍ਰਬੰਧ ਕੀਤਾ ਜਾਵੇ। ਅਤੇ ਉਹਨਾਂ ਨੇ ਕਾਫੀ ਜਿੱਤਾਂ ਪ੍ਰਾਪਤ ਕੀਤੀਆਂ ਨੇ। ਮਹਾਰਾਜ ਵੀਰ ਸਿੰਘ ਹੋਰਾਂ ਨੇ ਮੈਨੂੰ ਦੱਸਿਆ ਉੱਥੇ ਸਾਡੇ ਸਰਸੇ SP ਨਵੇਂ ਆਏ ਨੇ, ਆਉਂਦੇ ਸਾਨੂੰ ਵੀ ਪਤਾ ਨਹੀਂ ਸੀ ਕਿੰਨੇ ਮੈਚ ਜਿੱਤੇ ਨੇ। ਉਸ SP ਨੇ ਬੜਾ ਆ ਕੇ ਖੁਸ਼ ਹੋ ਕੇ ਦੱਸਿਆ ਕਿ ਤੁਹਾਡੇ ਬੱਚੇ ਬੜੇ ਵਧੀਆ ਨੇ, ਫਲਾਣਾ ਫਲਾਣਾ ਮੈਚ ਜਿੱਤ ਕੇ ਆਏ ਨੇ। ਇਸੇ ਤਰ੍ਹਾਂ ਹੀ ਐਥਲੈਟਿਕ ਦੇ ਵਿੱਚੋਂ ਇੱਕ ਲੜਕੇ ਨੇ ਆਪਣੀ ਉਮਰ ਦੇ ਪਤਾ ਨਹੀਂ 18 ਜਾਂ 19 ਸਾਲ ਦੇ ਬੱਚਿਆਂ ਵਿੱਚੋਂ ਇੰਡੀਆ ਦਾ ਰਿਕਾਰਡ ਬੀਟ ਕੀਤਾ ਹੈ ਜੈਵਲਿਨ ਸੁੱਟਣ ਦੇ ਵਿੱਚ। ਅਤੇ ਇੱਥੇ ਤੁਸੀਂ ਸਕੂਲ ਦੇ ਜਿਹੜੇ ਬਿਸ਼ਨ ਸਿੰਘ ਮੈਮੋਰੀਅਲ ਸਕੂਲ ਦੇ ਬੱਚੇ ਜਿਹੜੇ ਵੇਖੇ ਨੇ, ਉਹਨਾਂ ਨੂੰ ਤਾਂ ਜਿਨ੍ਹਾਂ ਨੇ ਵੇਖਿਆ ਉਹਨਾਂ ਨੂੰ ਵੀ ਪਤਾ, ਉਹ ਸਮਝ ਸਕਦੇ ਨੇ ਕਿ ਉਹਨਾਂ ਨੂੰ ਕੀ ਅਨੁਭਵ ਕੀਤਾ ਉਹਨਾਂ ਬੱਚਿਆਂ ਨੇ, ਕਿਸ ਤਰ੍ਹਾਂ ਦੇ ਅੰਗਰੇਜ਼ੀ ਵਿੱਚ ਸ਼ਬਦ ਆਖੇ ਨੇ ਵਾਰੀ ਵਾਰੀ, ਕਿਸ ਤਰ੍ਹਾਂ ਉਹਨਾਂ ਨੇ ਪੰਜਾਬੀ ਵਿੱਚ ਆਖੇ ਨੇ ਭਾਵ ਪੂਰਤੀ ਨਾਲ, ਅਤੇ ਕਿਸ ਤਰ੍ਹਾਂ ਉਹ ਛੋਟਾ ਜਿਹਾ ਬੱਚਾ ਜਿਹੜਾ ਜਥੇਦਾਰ ਬਣਿਆ ਤੇਜਾ ਸਿੰਘ 13 ਸਾਲ ਦੀ ਉਮਰ ਦਾ ਬੱਚਾ, ਕਿਸ ਤਰ੍ਹਾਂ ਨਿਸ਼ਠਾ ਨਾਲ, ਕਿਸ ਤਰ੍ਹਾਂ ਬੇਪਰਵਾਹੀ ਨਾਲ ਖਲੋ ਕੇ ਉਹ ਦੀਵਾਨ ਪੜ੍ਹਦਾ ਸੀ, ਦੀਵਾਨ ਦੇ ਵਿੱਚ ਸ਼ਬਦ ਪੜ੍ਹਦਾ ਸੀ ਬਾਹਾਂ ਉਲਾਰ ਕੇ। ਅਤੇ ਇਹ ਸਾਰੀ ਇਹ ਇਸ ਵਾਸਤੇ ਹੋ ਸਕਿਆ ਕਿ ਅਸੀਂ ਆਪਣਾ ਸਕੂਲ ਬਣਾਇਆ ਅਤੇ ਉਹਦੇ ਵਿੱਚ ਅਸੀਂ ਇਹ ਚੀਜ਼ ਕਰ ਸਕੇ ਹਾਂ, ਅਤੇ ਇਹ ਗੁਰਮਤਿ ਦੇ ਅਨੁਕੂਲ ਹੈ। ਅਤੇ ਜਿਹੜੀਆਂ ਇਹ ਗੱਲਾਂ ਸਾਰੀਆਂ ਮੈਂ ਆਖੀਆਂ ਨੇ ਗੁਰਮਤਿ ਦੇ, ਇਹ ਸਾਰੀਆਂ ਅਨੁਕੂਲ ਨੇ ਵੀ ਸਾਨੂੰ ਇਕੱਠੇ ਰਹਿਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਹਾਨੂੰ ਪਤਾ ਹੈ ਮੁਸਲਮਾਨਾਂ ਦੀ, ਹਿੰਦੂਆਂ ਦੀ, ਸਭ ਦੀ ਬਾਣੀ ਹੈ। ਮੈਂ ਕੱਲ੍ਹ ਵੀ ਦੱਸਿਆ ਸੀ, ਮੁਸਲਮਾਨ ਕਹਾਵਨ ਮੁਸਕਲ ਜੇ ਹੋਏ ਤਾਂ ਮੁਸਲਮਾਨ ਕਹਾਵੈ, ਅਵਲ ਔਲ ਦੀਨ ਕਰ ਮਿੱਠਾ ਵਸਕਲ ਮਾਨਾ ਮਾਨ ਮੁਸਾਵੈ, ਰੱਬ ਕੀ ਰਜਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੈ। ਜੇ ਸਾਰਿਆਂ ਜੀਆਂ ਦੇ ਉੱਤੇ ਰਹਿਮ ਕਰਨ ਵਾਲਾ ਉਹ ਮੁਸਲਮਾਨ ਹੈ। ਹਿੰਦੂਆਂ ਵਾਸਤੇ ਵੀ ਲਿਖਿਆ ਹੈ ਕਿ ਏਕਾਦਸ਼ੀ ਨਿਕਟ ਪੇਖਾ ਹਰੇ ਰਾਮ, ਇੰਦਰੀ ਬਸ ਕਰ ਸੁਣਾ ਹਰੇ ਨਾਮ, ਮਨ ਸੰਤੋਖ ਸਰਬ ਜੀ ਦਇਆ, ਇਨ ਬਿਰ ਵਰਤ ਸੰਪੂਰਨ ਪਿਆ। ਉਹਦੇ 'ਚ ਕਿਹੜੀ ਗੱਲ ਲਾਂਭੇ ਰਹਿ ਜਾਂਦੀ ਹੈ? ਧਰਮਾਂ ਦੀ ਸਾਡੇ ਵਿੱਚ, ਸਾਡੇ ਗੁਰਬਾਣੀ ਦੇ ਵਿੱਚ ਸ਼ਬਦ ਆਏ ਨੇ, ਉਹਨਾਂ ਦਾ ਜ਼ਿਕਰ ਹੈ।
ਸਾਡਾ ਕੰਮ ਬਣਦਾ ਅਸੀਂ ਉਹਨਾਂ ਸਭ ਧਰਮਾਂ ਦਾ ਅਦਬ ਕਰੀਏ, ਸਤਿਕਾਰ ਕਰੀਏ, ਕਿਉਂਕਿ ਸਾਡੀ ਗੁਰਬਾਣੀ ਦੇ ਰਾਹੀਂ ਸਾਨੂੰ ਦੱਸਿਆ ਗਿਆ ਉਹਨਾਂ ਧਰਮਾਂ ਬਾਰੇ। ਇਸੇ ਤਰ੍ਹਾਂ ਹੀ ਉਹਨਾਂ ਧਰਮਾਂ ਬਾਰੇ ਵੀ ਇੱਕ ਮੁਸਲਮਾਨ ਪੀਰ ਸਾਹਿਬ ਉੱਥੇ ਬੰਕੋਕ ਗਏ ਸਨ ਪੰਜਾਬੀ ਕਾਨਫਰੰਸ ਦੇ ਵਿੱਚ। ਉਹਨਾਂ ਨੇ ਆਖਿਆ ਮੈਨੂੰ ਬੜੀ ਸੰਗ ਆਉਂਦੀ ਹੈ ਕਿ ਸਾਡੇ ਫਰੀਦ ਸਾਹਿਬ ਦੀ ਬਾਣੀ ਪੰਜਾਬੀ ਵਿੱਚ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਔਰ ਮੈਨੂੰ ਪੰਜਾਬੀ ਨਹੀਂ ਕਹਿੰਦੇ ਨੇ ਆਉਂਦੀ। ਕਿੰਨਾ ਸਤਿਕਾਰ ਕਰਦੇ ਨੇ ਉਹ ਇਸ ਚੀਜ਼ ਦਾ। ਸੋ ਇਸੇ ਸਤਿਕਾਰ ਅਤੇ ਅਦਬ ਨਾਲ ਆਪਣੇ ਹੱਕ ਦਾ ਦਾਨ ਕਰੋ, ਕਿਸੇ ਦੇ ਹੱਕ ਦੀ ਰਾਖੀ ਕਰੋ, ਤਾਂ ਕਿ ਅਸੀਂ ਇਸ ਭਿਆਨਕ ਸਮੇਂ ਦੇ ਵਿੱਚ ਅੱਗ ਦੇ ਵਿੱਚ ਨਾ ਝੋਕੇ ਜਾਈਏ। ਇਹਦੇ 'ਚੋਂ ਕਿਸ ਤਰ੍ਹਾਂ ਬਚਾਅ ਜਿਸ ਤਰ੍ਹਾਂ ਵੀ ਹੋ ਸਕਦਾ ਹੋਵੇ ਉਹਦਾ ਮੈਂ ਸਮਝਦਾ ਇਹ ਬਚਾਅ ਇਸੇ ਤਰ੍ਹਾਂ ਹੀ ਹੈ। ਜਿਹੜਾ ਕੋਈ ਵੀ ਆਦਮੀ ਕਿਸੇ ਥਾਂ ਦੇ ਉੱਤੇ ਤੁਹਾਨੂੰ ਪਤਾ ਹੱਥ ਪੈਰ ਮਿੱਟੀ ਨਾਲ ਲਿਬੜ ਜਾਣ ਉਹਨੂੰ ਪਾਣੀ ਨਾਲ ਧੋ ਲੈਂਦੇ ਨੇ। ਗੁਰੂ ਨਾਨਕ ਨੇ 20ਵੀਂ ਪੌੜੀ 'ਚ ਲਿਖਿਆ ਭਰਿਆ ਹੱਥ ਪੈਰ ਤਨ ਦੇ ਪਾਣੀ ਧੋਤਾ ਹੈ ਉਤਰਸ ਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ ਭਰਿਆ ਮਤ ਪਾਪਾ ਕਾ ਸੰਗ। ਉੱਥੇ ਨਾ ਪਾਣੀ ਤੇ ਨਾ ਸਾਬਣ, ਉਹ ਧੁੱਪ ਹੈ ਨਾਵਾ ਕਹਿ ਰੰਗ। ਇਸੇ ਤਰ੍ਹਾਂ ਹੀ ਸਤਿਗੁਰਾਂ ਨੇ ਲਿਖਿਆ ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟੇਈ ਕਾਮ। ਇੱਕ ਆਦਮੀ ਏਅਰ ਕੰਡੀਸ਼ਨ ਕਮਰੇ ਦੇ ਵਿੱਚ ਬੈਠਾ ਹੈ, ਉਹ ਸੜ ਰਿਹਾ ਕਿ ਫਲਾਣਾ ਆਦਮੀ ਮੇਰੇ ਤੋਂ ਵੱਧ ਕਮਾਈ ਪੈਸੇ ਕਿਉਂ ਕਰ ਰਿਹਾ, ਉਹਨੇ ਐਡਾ ਵੱਡਾ ਕੋਠਾ ਕਿਉਂ ਕਮਾ ਰਿਹਾ, ਕੀ ਉਹਦੇ ਫਾਇਦਾ ਉੱਥੇ ਅੰਦਰ ਠੰਡੇ ਸਾਂਝ ਬੈਠੇ ਦਾ। ਇੱਕ ਆਦਮੀ ਬੜੀ ਤੱਤੀ ਲੋਹ ਦੇ ਵਿੱਚ ਬੈਠਾ ਹੈ ਅਤੇ ਉਹ ਦੂਜਿਆਂ ਵਾਸਤੇ ਬੜੀ ਚੰਗੀ ਗੱਲ ਸੋਚ ਰਿਹਾ ਹੈ, ਇਹ ਬੜੀ ਖੁਸ਼ੀ ਦੀ ਗੱਲ ਹੈ, ਮੇਰੇ ਅੰਦਰ ਇਹ ਬੜੀ ਠੰਡ ਹੈ ਕਿ ਦੂਸਰਾ ਆਦਮੀ ਮੇਰੇ ਨਾਲੋਂ ਚੰਗੇ ਪੈਸੇ ਕਮਾਉਂਦਾ, ਘੱਟ ਤੋਂ ਘੱਟ ਟੱਬਰ 'ਤੇ ਪਾਲਦਾ ਆਪਣਾ। ਉਹ ਆਦਮੀ ਸੌਖਾ ਹੈ ਕਿ ਏਅਰ ਕੰਡੀਸ਼ਨ ਵਾਲਾ ਸੌਖਾ, ਤੁਸੀਂ ਆਪ ਅੰਦਾਜ਼ਾ ਲਾਓ। ਇੱਕ ਵਾਰੀ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਹਰ ਆਦਮੀ ਆਪਣੀ ਆਪਣੀ ਪੂਰੀ ਕੋਸ਼ਿਸ਼ ਕਰਦਾ ਵੀ ਉਹ ਆਪਣੀ ਚੰਗੀ ਲੀਕ ਖਿੱਚ ਜਾਵੇ। ਕਿੰਨੀ ਖਿੱਚੀ ਜਾਂਦੀ ਹੈ ਇਹ ਆਦਮੀ ਦੇ ਵੱਸ ਦੀ ਗੱਲ ਨਹੀਂ। ਔਰ ਹਰ ਆਦਮੀ ਇਹ ਸੋਚਦਾ ਹੈ ਕਿ ਇਹ ਜਿਹੜਾ ਕੰਮ ਹੈ ਨਾ ਇਹ ਮੇਰੀ ਮਿਹਨਤ ਨਾਲ ਹੋ ਗਿਆ, ਅਤੇ ਜਿਹੜਾ ਰਹਿ ਗਿਆ ਨਾ ਮੇਰੇ ਕੋਲੋਂ ਜਾਂ ਮਾੜਾ ਕੰਮ ਹੋ ਗਿਆ ਉਹ ਸਤਿਗੁਰੂ ਦੀ ਰਜਾ ਹੀ ਇਸ ਤਰ੍ਹਾਂ ਸੀ। ਹੈ ਵੈਸੇ ਇਹਦੇ ਉਲਟ ਗੱਲ, ਜਿਹੜੀ ਮਾੜੀ ਗੱਲ ਹੁੰਦੀ ਹੈ ਉਹ ਸਾਡੇ ਕਰਮਾਂ ਨਾਲ ਹੁੰਦੀ ਹੈ, ਜਿਹੜੀ ਚੰਗੀ ਹੋ ਜਾਂਦੀ ਹੈ ਉਹ ਸਤਿਗੁਰੂ ਦੀ ਕਿਰਪਾ ਹੈ। ਸਾਡੇ ਇੰਨੇ ਮਾੜੇ ਵਿਚਾਰ ਹੁੰਦਿਆਂ ਵੀ ਸਤਿਗੁਰੂ ਕਿਰਪਾ ਕਰਕੇ ਅਤੇ ਫਿਰ ਸਾਡੀ ਉਸਤਤ ਕਰਾ ਦਿੰਦਾ ਲੋਕਾਂ ਤੋਂ। ਇਹ ਹੋਲਾ ਕੱਲ੍ਹ ਨੂੰ ਸਮਾਪਤ ਹੋਣ ਜਾ ਰਿਹਾ। ਸੁਰਮਰ ਸਿੰਘ ਹੋਰਾਂ ਨੇ ਬੜਾ ਉੱਦਮ ਕੀਤਾ। ਇਹਨਾਂ ਦੇ ਪਿਤਾ ਜੀ ਵੀ ਇਸ ਤਰ੍ਹਾਂ ਕਰਦੇ ਸਨ। ਇਹ ਬਹੁਤ ਸਾਰੇ ਆਦਮੀਆਂ ਨੂੰ ਸ਼ਾਇਦ ਨਹੀਂ ਪਤਾ ਹੋਣਾ, ਇਹਨਾਂ ਦੇ ਪਿਤਾ ਦੇ ਘਰ ਔਲਾਦ ਨਹੀਂ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਜਥੇਦਾਰ ਅਤਰ ਸਿੰਘ ਹੋਰਾਂ ਨੂੰ ਉੱਥੇ ਇਹਨਾਂ ਦੇ ਘਰ ਘੱਲਿਆ, ਸ੍ਰੀ ਗੁਰਬਖਸ਼ ਸਿੰਘ ਹੋਰਾਂ ਦੇ। ਅਤੇ ਮੈਨੂੰ ਹੁਣ ਪੂਰਾ ਯਾਦ ਨਹੀਂ, 6 ਮਹੀਨੇ ਜਾਂ ਸਾਲ ਉਹ ਰਹੇ ਨੇ ਉੱਥੇ। ਉਹਨਾਂ ਨੇ ਭਜਨ ਬਾਣੀ ਕੀਤਾ। ਉਸ ਤੋਂ ਬਾਅਦ ਸੁਦਰਸ਼ਨ ਸਿੰਘ ਇਹਨਾਂ ਦਾ ਵੱਡਾ ਲੜਕਾ, ਜਿਹੜਾ ਵੱਡਾ ਭਰਾ ਜਿਹੜਾ ਸੀ, ਉਸ ਨੇ ਜਨਮ ਲਿਆ। ਅਤੇ ਉਸ ਨੂੰ ਜਿਹੜਾ ਮਿਲਿਆ ਉਹਨਾਂ ਨੂੰ ਪਤਾ ਹੈ ਕਿ ਉਸ ਦਾ ਸੁਭਾਅ ਕਿਸ ਤਰ੍ਹਾਂ ਦਾ ਸੀ, ਉਹਦੇ ਵਿਚਾਰ ਕਿਸ ਤਰ੍ਹਾਂ ਦੇ ਸਨ, ਉਹ ਕਿਸ ਤਰ੍ਹਾਂ ਦਾ ਲੋਕਾਂ 'ਤੇ ਅਸਰ ਕਰਦਾ ਸੀ। ਸੋ ਮੇਰਾ ਸਿਰਫ ਕਹਿਣ ਤੋਂ ਮਤਲਬ ਇਹ ਹੈ ਕਿ ਸਤਿਗੁਰਾਂ ਨੇ ਭਜਨ ਬਾਣੀ ਦੇ ਰਾਹੀਂ ਸਿੱਖੀ ਨੂੰ ਸਾਜਿਆ ਅਤੇ ਸਿੱਖਾਂ 'ਤੇ ਕਿਰਪਾ ਕੀਤੀ। ਹੁਣ ਮੈਂ ਹੋਰ ਗੱਲਾਂ ਨਹੀਂ ਬਹੁਤੀਆਂ ਕਰਨੀਆਂ। ਮੈਂ ਜਥੇਦਾਰਾਂ ਨੂੰ ਅਰਜ਼ ਬੇਨਤੀ ਕਰਨੀ ਹੈ ਕਿ 33 ਜਥੇਦਾਰਾਂ ਦੇ ਨਾਂ ਲਿਖੇ ਨੇ ਜਿਹੜੇ ਸਾਡੇ ਕੋਲ ਇੱਥੇ ਆਏ ਨੇ। ਉਹਨਾਂ ਨੂੰ ਇਹ ਅਰਜ਼ ਬੇਨਤੀ ਕਰਨੀ ਹੈ ਵੀ ਉਹ ਆਪਣੀ ਹਰ 6 ਮਹੀਨੇ ਦੀ ਰਿਪੋਰਟ ਇੱਥੇ ਆ ਕੇ ਭੈਣੀ ਸਾਹਿਬ ਨਾਜਰ ਸਿੰਘ ਹੋਰਾਂ ਨੂੰ ਲਿਖਾ ਦਿਆ ਕਰਨ ਕਿ ਇੰਨੇ ਸਿੰਘਾਂ ਨੂੰ ਉਹਨਾਂ ਨੇ ਮਾਸ ਸ਼ਰਾਬ ਛਡਾ ਕੇ, ਇੰਨੇ ਆਦਮੀਆਂ ਨੂੰ, ਇੰਨੇ ਪ੍ਰਾਣੀਆਂ ਨੂੰ ਮਾਸ ਸ਼ਰਾਬ ਛਡਾ ਕੇ ਭਜਨ ਦੱਸਿਆ, ਸਤਿਗੁਰੂ ਵਾਲੇ ਪਾਸੇ ਲਾਇਆ। 33 ਦੇ 33 ਜਥੇਦਾਰ ਜਿਹੜੇ ਨੇ ਉਹ ਅੱਜ ਹੀ ਨਾਜਰ ਸਿੰਘ ਹੋਰਾਂ ਨੂੰ ਇਹ ਲਿਖਾਉਣ ਕਿ ਉਹ ਜੰਗਲ ਜਾ ਕੇ ਰੇਤੇ ਨਾਲ ਹੱਥ ਮਾਂਜਿਆ ਕਰਨਗੇ, ਬੁਰਸ਼ ਦੀ ਥਾਂ ਦਾਤਨ ਕਰਿਆ ਕਰਨਗੇ, ਅਤੇ 5 ਬਾਣੀਆਂ ਜੇ ਉਹਨਾਂ ਦੇ ਕੰਠ ਨਹੀਂ ਤਾਂ ਗੁਟਕੇ 'ਤੇ ਜ਼ਰੂਰ ਪੜ੍ਹਿਆ ਕਰਨਗੇ। 1-1 ਘੰਟਾ ਨਾਮ ਸਿਮਰਨ ਕਰਿਆ ਕਰਨਗੇ। TV 'ਤੇ ਜਾਂ ਸਿਨੇਮੇ ਵਿੱਚ ਕਿਸੇ ਵੀ ਰੂਪ 'ਚ ਉਹ ਨਹੀਂ ਜਾਣਗੇ। ਅਤੇ ਇੱਕ ਹਰ ਜਥੇਦਾਰ ਕੋਲ ਮਹਾਨ ਕੋਸ਼ ਹੋਣਾ ਚਾਹੀਦਾ। ਸੂਰਜ ਪ੍ਰਕਾਸ਼ ਅਤੇ ਹੋਰ ਜਿਹੜੀਆਂ ਸਿੱਖ ਧਰਮ ਦੀਆਂ ਪੁਸਤਕਾਂ ਨੇ ਹੋਣੀਆਂ ਚਾਹੀਦੀਆਂ ਨੇ। ਉਹਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਨੂੰ ਜਿਸ ਤਰ੍ਹਾਂ ਹੰਸਪਾਲ ਜੀ ਨੇ ਦੱਸਿਆ ਨਾ
ये पाड़ा जिहड़ा साडे च वधदा जा रहा वो अंग्रेज़ की किरपा है। जे वो मैनूं हुण याद नहीं, मैं हंसपाल जी नूं भी आखांगा, जिहड़े प्रबंधक सज्जन ने वो हर जथेदार नूं इनसैकलोपीडिया ब्रिटैनिका का उस एडिशन का वो हिस्सा पंजाबी च करके उसका रैफरेंस सारा दस के इस एडिशन दे विच इस सफ़े के उत्ते इस सिरलेख हेठां लेटी दे हेठां वो है जिहड़ा शब्द वो लिखिया है। ते हर जथेदार नूं ये पता होना चाहिए कि जसविंदर सिंह होरां ने किन्ने उद्यम नाल किन्ने पुरुषार्थ नाल ये पता होना ही चाहिए कि जिहड़ा आम तौर पर साडे दूसरे सिखां ने साडे विच पाड़ा वधाउण वास्ते अंग्रेज़ां ने 1885 विच लिख दिता सी कि सतगुरु राम सिंह का शरीर शांत होया डायरिया जां डायसेंटरी जिहड़ी पेट की तकलीफ नाल, ते उन्होंने बड़े उद्यम नाल लभ्या कि उस साल विच किसी मरीज़ नूं उत्थे ये बीमारी होई ही नहीं। एक गल। दूसरी गल ये कि उन्होंने 1885 तो बाद 1886 की एक चिट्ठी लभ के वो किताब में छापी है जिहदे लिखिया कि सतगुरु राम सिंह नूं इस जगह तो दूजी जगह लिजाया जाए, इत्थे आके मिलते हैं। मतलब उन्होंने जी 1885 वाली गल आम लोगों के इतिहास वालियां दे दिमागां ते बिठा के किताबां दी किताबां लिखा दित्तियां गईयां ने, ते वो सारी गल उन्हां विचों निकलनी चाहिए है। तो वो जथेदारां नूं पता होना चाहिए, जे हर स्टेज ते जथेदार ये गल दसन। जथेदारां नूं मैनूं एक साधु ने आख्या कि उन्हां नूं दसना चाहिए है, जथेदारां नूं पता ही नहीं इस गल का कि लोकी गलत प्रभाव बाणी बारे भी लेंदे ने। लिखिया है दुख रोग संताप उतरे सुनी सच्ची बाणी। उतर जाते हैं, वेख लो जे उतर जाते हैं तो फिर ये तुख पढ़ ली है कि ये तुख वो बाणी है जिहदे वास्ते लिखिया है, वो बाणी लेकिन उस तरह के नाल रूप नाल नहीं। दुख रोग संताप उतरे सुनी सच्ची बाणी। अगली तुख पता की लिखिया, रोज़ सुनते हो आनंद साहब च संत साजन पै सरसे पूरे गुर ते जानी। बाणी जिहड़ी गुरु की बनाई हुई चीज़ है। तो इसी तरह ही होर अनेकों प्रमाण ने गुर की बाणी गुर ते जाती। ये तुम आप लभोगे तुम याद रखोगे, मैं दस देंगा तुहानूं भुल जाएगा। साडे उस्ताद सन मेहता जी, मेहता भोलानाथ जी अंग्रेजी पढ़ाते सन, सतगुरां ने किरपा करके साडे कोल रखिया सी। उन्होंने कोई शब्द अर्थ पूछना अंग्रेजी का, उन्होंने आखना कड्डो डिक्शनरी। भाव डिक्शनरी जो कढ़ांगे असीं तो सानूं वो याद रहेगा, जे उन्होंने दसदा उस वे भुल जाना वो। सो हर जथेदार नूं अपने कोल कोश रखना चाहिए। जिहड़ियां मैं गल्लां दसियां ने तुसीं सुन लियां ने, नाजर सिंह होरां नूं वो सारियां लिखा के जाओ। तो ये सानूं पता होना चाहिए भी साडे जथेदार सवेरे किन्ने बजे उठते हैं, सूरज तो पहलों किन्ने बजे उठते हैं। सूरज की रुत्तां दे नाल बदलदा रहिंदा, वो सूरज तो किन्ना चिर पहलों उठते हैं, वो किन्ना किन्ना नाम सिमरन करते हैं, किन्नियां बाणियां पढ़ते हैं। सारे सानूं पूरा पता होना चाहिए इस गल का। तुहानूं हुणे सुनिया सी हंसपाल जी ने दस्सिया, हर बच्चे नूं पता है कि सद्दाम हुसैन को किन्ने जहाज सन, किन्ने टैंक सन, किन्ने की कुछ सी। साडे टैंक तो सानूं पता ही नहीं किन्ने ने। साडी 108 गोले की तोप जिहड़ी है वो की करदी सानूं कोई पता नहीं उसदे बारे। सो इहदे वास्ते तुसीं जथेदारां नूं अपना नाजर सिंह नूं लिखा दिओ। वो तुहानूं मैं दस्सिया जी कि हत्थ मांजने दातन करनी, जिहड़ा आखे लगे उन्होंने आखना कि हत्थ मांजो दातन कराया करो। पवित्रता सतगुरां दे हुक्म नाल है, लोगों के आखण नाल नहीं हो सकनी। एक मैं वलैत गया तो उत्थे अपने मुंडे भी जो शौकीन ने इस गल के प्रैस वाले नूं लै आंदा मेरे को, मैनूं पुछण लगे तुसीं इह जिहड़ा पानी नहीं पींदे, पानी अपना पींदे हो, काहदे वास्ते पींदे हो, गड़वे चुक्की फिरदे हो तुसीं? कहा सानूं जिसने अगे जाके इस दुनिया तो जो जाना है, जिन्हें अगे जाके जिन्हें सामभना है ना, ਉਹਦਾ हुक्म है कि मैं ਤਾਂ ਸਾਂਭਾਂਗਾ ਜੇ ਤੁਸੀਂ ਇਸ ਤਰ੍ਹਾਂ ਕਰੋਗੇ। फिर वो चुप करके चले गए। सो जथेदार ਜਿਹੜੇ ਨੇ ਉਹ ਵੱਡੀ ਸੋਧ ਰੱਖਣ। ਜੇ नहीं ਵੱਡੀ ਸੋਧ ਕੋਈ ਰਹਿੰਦੀ ਕਿਸੇ ਕੋਲੋਂ तो ਘੱਟ ਤੋਂ ਘੱਟ ਨਲਕੇ ਦਾ ਪਾਣੀ ਕੋਈ ਨਾ ਪੀਵੇ, ਬਾਜ਼ਾਰ ਦਾ ਕੋਈ ਨਾ ਖਾਵੇ। जिन्ने जथेदार ने बिल्कुल पक्की तरह ये उन्होंने निश्चय होना चाहिए, कोई भी जथेदार बाजार का ना खावे, कोई चाह ना पीवे। ये बहुत थोड़िया चीज़ां ने। ਵੱਡੀ ਸੋਧ ਰੱਖੋ, फिर उस तो बाद ਵੱਡੀ ਸੋਧ तो बाद फिर अपने अंदर ਨੂੰ ਸੋਧ ਲੰਘਾਓ। कोई बुरी गल आखदा सतगुरु राम सिंह का हुक्म याद करो, रहतनामा सतगुरां दा जिहड़ा वो पढ़िया करो, कुटके च लिखिया है बोल कपोल सह जाना सब दा। ये अपने अंदर तारो इस गल नूं, फिर वो अंदर सोच जाएगी। मैं तुहानूं इहो अर्ज करके अज आग्या लवांगा। अंधकूप मह पतित होत जग संतहो करहो परम गति मोरी।
गुरबाणी की ये पंक्ति है। परम श्रद्धेय स्वामी वामदेव जी, स्वामी निरंजन दास देव जी ते उन्हां दे नाल आए सहचारी संत मंडली, संतां दे वास्ते कोई बहुत चंगे शब्द मिल नहीं सकते जिन्ने वो चंगे हुंदे ने। इस वास्ते मैं इन्ना ही कुछ आख के मैं अपनी गल शुरू करांगा। तुसीं जिस धरती ते आए हो, इत्थे जिस तरह सतगुरु राम सिंह सच्चे पातशाह ने रचना की, अजकल रचना हुंदी है नहरां दी, होर वड्डे वड्डे प्रोजैक्टां दी, पर जिहड़ा सब तो वड्डा प्रोजैक्ट सतगुरु राम सिंह ने चालू कीता वो सी कि आदमी नूं काम, क्रोध, लोभ, मोह, हंकार तो रहत करके उस दे अंदर सत, संतोख, दया, धर्म ये चीज़ां दित्तियां। इन्हां दी ताकत नाल ही एडी वड्डी सल्तनत अंग्रेज़ां दी जिहड़ी सी वो उन्हां दा कुछ नहीं बिगाड़ सकी, सगों अपना आप गवा बैठी। जे इतिहास नूं तुसीं वेखो ध्यान नाल, इतिहास बड़ा वड्डा समुंदर है, किया नहीं जा सकता कि होर कोई इस तरह की संस्था मिले, पर सतगुरु राम सिंह की कृपा नाल नामधारियां नूं इहो जिहा उन्हां ने बना दिता कि कल्ले कल्ले नामधारी नूं बड़ा तंग करन दी कोशिश की गई, पर उन्हां दा कोई वस नहीं चलिया। जे फाइलां वेखो ते हर पिंड दे विच लिस्टां बन के एक एक नामधारी इन्ने फुट इसदा कद है, इस तरह दी रंग दी अखां ने, इस तरह दा लोकां दे दा प्रभाव है, ये सारा कुछ एक एक आदमी वास्ते लिखिया। ते सारी दी सारी संस्था नूं जुराइम पेशा करार दिता गया सी। ये इन्ना कुछ हुंदिया होया ये सारे दमन नूं सहन करन दा जिहड़ी सहन करन दी ताकत है वो आदमी विच नहीं हो सकती। जिस तरह तुहानूं स्वामी जी महाराज ने दस्सिया सी कि आत्म बल जिन्ना चिर नहीं उन्ना चिर कुछ नहीं कर सकता आदमी। तो ये चीज़ सतगुरां ने साडे अंदर दित्ती। सतगुरु हरि सिंह सच्चे पातशाह ने 35 साल इत्थे बड़ी कठिनाई दे विच कढे। 5 आदमी जिहड़े तुसीं गुरुद्वारे दर्शन करके आए होगे, उस दे अंदर 5 आदमी 5 सिख दर्शन करने वास्ते जा सकते हैं, ते वो 5 भी आउण वास्ते बाहर जमा नहीं हो सकते सन। जिस पिंड विच कोई नामधारी दा पता लग गया भी रात कट गया, उस दे लंबड़दारां नूं एक दूजे दी दाढ़ी फड़ा के चपेड़ा मरवाईयां जांदियां सरकार वालों। इन्ना दुखी कीता जांदा सी। ते नामधारी इत्थे चोरी लुक के बाहर, हुण ते बड़ी आबादी है, जिस तरह बाहर जंगल दे विच हरना ते बघियाड़ां दे विच रह के वो बाहर रात कटदे सन। ते गुरु हरि सिंह सच्चे पातशाह, माता जीवन कौर साडे दादी जी जां होर कोई सिख सेवक जिहड़े सन, वो जंगल दे बहाने दाला जां प्रशादे गड़वे च लिजा के उन्हां नूं बाहर जाके दिंदे थे, वो प्रशादे छकदे सन। सियाल हाड़ बाहर इस तरह ही कटदे सन। ये सारियां लड़ाइयां जिन्नियां सहियां ने, ये बंदे दे वस दी गल नहीं। ये फिर वही गल, ये ताकत है नाम दी। प्रहलाद दे कोल किन्ने क हथियार सन, वो सारे संसार दा राजा जिहड़ा सी ओहदा कुछ नहीं बिगाड़ सकिया। सिर्फ उसने अपने गुरु की आग्ञा विच रह के उस नाम का सिमरन किया। तो ये सतगुरु राम सिंह, सतगुरु हरि सिंह सच्चे पातशाह ने साढ़े ते कृपा की। और सतगुरु प्रताप सिंह जी का जिहड़ा जन्म वो कारावास विच, ये भैणी साहब जिहड़ा उस वेले जेल सी, साडा पिंड जिहड़ा इहदे दुआले पहरा लगा सी, कोई आदमी अंदर नहीं जा सकता। अंदर पाठ नहीं सन करन दिंदे, जाके चोरी उन्होंने वेखना, चोरी पाठ करते सन। फिर समा मिलेगा फिर तुहानूं विखावांगे किस तरह सतगुरु राम सिंह ने अपने जाण तो पहलों ही एक ऐसी जगह बनाई सी जिहड़ा हर एक आदमी नूं झटपट पता नहीं लगता, ऐसी कोठड़ी छिपे हुए थां बनाई है, उहदे बैठ के पाठ करते सी। कदे किसी ने शिकायत करनी तो फिर पाठियां विचारिਆਂ नूं लुकाउणा, ते बड़ा किन्ना पढ़िया तो पता लगता है की कुछ सी उस वेले। पर यह सारी कुछ जो सतगुरु राम सिंह ने अपनी कृपा नाल आत्मक बल दे के
ਪਾਪਾਂ ਤੋਂ ਹਟਾ ਕੇ ਧਰਮ ਵਾਲੇ ਪਾਸੇ ਲਾ ਕੇ ਇਹ ਸਾਰੀ ਚੀਜ਼ ਕੀਤੀ, ਤਾਂ ਇਹ ਅਸੀਂ ਇਸ ਚੀਜ਼ ਨੂੰ ਕਰ ਸਕੇ ਹਾਂ। ਤਾਂ ਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ 1934 ਵਿੱਚ ਸਾਰੀਆਂ ਸਿੱਖ ਸੰਪਰਦਾਵਾਂ ਨੂੰ ਇਕੱਠੀਆਂ ਕਰਕੇ ਇੱਥੇ ਮਿਲਾਉਣ ਦਾ ਯਤਨ ਕੀਤਾ। ਕਿਸ ਕਰਕੇ? ਕਿ ਆਪਸ ਵਿੱਚ ਲੜਾਈ ਹਟੇ ਤੇ ਸ਼ਾਂਤੀ ਪ੍ਰਾਪਤ ਹੋਵੇ। ਉਸ ਦੇ ਵਿੱਚ ਇੱਕ ਜਿਹੜੇ ਮਤੇ ਪਾਸ ਕੀਤੇ, ਉਹਨਾਂ 'ਚ ਇਹ ਮਤਾ ਸੀ, ਗੁਰੂ ਨਾਨਕ ਤੇ ਉਸ ਦੇ ਜਾਨਸ਼ੀਨਾਂ ਨੂੰ ਮੰਨਣ ਵਾਲੇ, ਭਾਵੇਂ ਉਹ ਇੱਕ ਨੂੰ ਮੰਨੇ ਭਾਵੇਂ 50 ਨੂੰ ਮੰਨੇ, ਉਸ ਦੇ ਜਾਨਸ਼ੀਨਾਂ ਨੂੰ ਮੰਨਣ ਵਾਲੇ ਜਿਹੜੇ ਨੇ, ਉਹਨਾਂ ਨੂੰ ਇਸ ਤਰ੍ਹਾਂ ਇਕੱਠੇ ਰਹਿਣਾ ਚਾਹੀਦਾ। ਮੈਨੂੰ ਸਾਰੇ ਸ਼ਬਦ ਨਹੀਂ ਯਾਦ, ਮਤਲਬ ਇਸ ਗੱਲ ਦੇ ਉੱਤੇ ਸਾਰਿਆਂ ਨੇ ਦਖਤ ਕੀਤੇ। ਔਰ ਉਹਦੇ ਵਿੱਚ ਬੜਾ ਇੱਕ ਵੱਡਾ ਉਹਨਾਂ ਨੇ ਪੱਥਰ ਰੱਖਿਆ, ਬੜਾ ਵੱਡਾ ਅੜਿੱਕਾ ਰੱਖਿਆ, ਭਈ ਤੁਹਾਡੇ ਕੇਂਦਰ ਵਿੱਚ ਜਾ ਕੇ ਅਸੀਂ 10 ਗੁਰੂਆਂ ਦੀ ਅਰਦਾਸ ਕਰਾਂਗੇ ਤਾਂ ਜਾਵਾਂਗੇ ਉੱਥੇ। ਸਤਿਗੁਰਾਂ ਨੇ ਉਹਨਾਂ ਨੂੰ ਆਖਿਆ ਵੀ ਇਹ ਤਾਂ ਕੋਈ ਅੜਿੱਕਾ ਹੈ ਹੀ ਨਹੀਂ। ਅੜਿੱਕਾ ਤੇ ਉਹਨਾਂ ਸਾਡੇ ਵਾਸਤੇ, ਸਾਰੇ ਜੀਵਾਂ ਵਾਸਤੇ ਹੁੰਦਾ, ਸਤਿਗੁਰਾਂ ਵਾਸਤੇ, ਸਤਿਗੁਰਾਂ ਦੇ ਬਣਾਏ ਸਿੱਖਾਂ ਵਾਸਤੇ ਕੋਈ ਅੜਿੱਕਾ ਨਹੀਂ ਦੁਨੀਆ ਵਿੱਚ। ਸਭ ਅੜਿੱਕੇ ਖਤਮ ਹੋ ਜਾਂਦੇ ਨੇ, ਲਾਂਭੇ ਹਟ ਜਾਂਦੇ ਨੇ। ਸਤਿਗੁਰਾਂ ਨੇ ਆਖਿਆ ਇਹ ਤੁਸੀਂ ਆਪਣੇ ਮੂੰਹ ਨਾਲ ਕਰਨੀ, ਆਪਣੇ ਗੁਰੂ ਦੀ ਭਾਵੇਂ ਇੱਕ ਦੀ ਕਰੋ ਭਾਵੇਂ 10 ਦੀ ਕਰੋ, ਜਿੰਨੇ ਦੀ ਮਰਜ਼ੀ ਕਰੋ, ਸਾਨੂੰ ਕੋਈ ਇਤਰਾਜ਼ ਨਹੀਂ। ਤੁਸੀਂ ਆਓ, ਇਕੱਠੇ ਹੋ, ਆਓ, ਜਿਸ ਤਰ੍ਹਾਂ ਮਿਲਦੇ ਹੋ ਇਕੱਠੇ ਹੋ। ਤਾਂ ਇਸ ਤਰ੍ਹਾਂ ਇੱਥੇ 1934 ਦੇ ਵਿੱਚ ਉਹ ਕਾਨਫਰੰਸ ਕੀਤੀ, ਜਿਹਦੇ 'ਚ ਸਤਿਗੁਰੂ ਸੱਚੇ ਪਾਤਸ਼ਾਹ ਦੇ ਹੁਕਮ ਅਨੁਸਾਰ 70 ਤੋਂ ਵੀ ਵੱਧ ਫੀਸਦੀ ਦੇ ਮੁਤਾਬਕ ਸਾਨੂੰ ਫਾਇਦਾ ਮਿਲਿਆ ਇਸ ਗੱਲ ਦਾ, ਇਕੱਠੇ ਹੋਣ। ਇਸੇ ਗੱਲ ਨੂੰ ਗਿਆਨੀ ਕਰਤਾਰ ਸਿੰਘ ਜਿਹੜੇ ਅਕਾਲੀ ਲੀਡਰ ਸਨ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਭੋਗ ਤੇ ਆਏ ਸਨ, ਤੇ ਉਹਨਾਂ ਨੇ ਇਹ ਦੱਸਿਆ, ਆਖਿਆ ਕਿ ਉਹਨਾਂ ਦੇ ਸ਼ਬਦ ਨੇ ਕਿ ਮਹਾਰਾਜ ਪ੍ਰਤਾਪ ਸਿੰਘ ਨੇ ਇੱਕ ਮੀਲ ਪੱਥਰ ਗੱਡਿਆ ਸੀ, ਜਿਹੜੀ ਇੱਥੇ ਕਾਨਫਰੰਸ ਕਰਾਈ, ਦੂਜੇ ਧਰਮਾਂ ਨੂੰ ਸੱਦ ਕੇ ਆਪਣੇ ਧਰਮ ਮੰਚ ਦੇ ਉੱਤੇ ਦੂਸਰੇ ਧਰਮਾਂ ਵਾਲਿਆਂ ਨੂੰ ਆਪਣੇ ਮੁਤਾਬਕ ਉਹਨਾਂ ਨੇ ਆਖਿਆ ਕਰੋ। ਸੋ ਆਪਣੇ ਹੱਕ ਦਾ ਦਾਨ ਕਰਕੇ ਕਿਸੇ ਦੇ ਹੱਕ ਦੀ ਰਾਖੀ ਕੀਤੀ ਜਾਵੇ, ਕੁਝ ਪ੍ਰਾਪਤੀ ਹੋ ਸਕਦੀ ਹੈ। ਇਸ ਤਰ੍ਹਾਂ ਧਰਮ ਨੂੰ ਅੱਜ ਕੱਲ ਬੜੇ ਸਸਤੇ ਮੁੱਲ ਤੋਂ ਵੇਚਿਆ ਜਾਂਦਾ। ਇਹ ਜਿਹੜੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਬਹੁਤ ਪਤਾ ਹੈ ਕਿ ਕਿਸ ਤਰ੍ਹਾਂ ਧਰਮ ਵਿਕਦਾ। ਇਹ ਇਸ ਤਰ੍ਹਾਂ ਹੋ ਜਾਂਦਾ ਜਿਵੇਂ ਇੱਕ ਸੋਨੇ ਦੇ ਕੜੇ ਪਾ ਕੇ ਬੱਚਾ ਬਾਜ਼ਾਰ ਵਿੱਚ ਚਲਾ ਜਾਵੇ, ਉਸ ਨੂੰ ਬਰਫੀ ਦੀ ਟੁਕੜੀ ਦੇ ਕੇ ਤੇ ਸੋਨੇ ਦੇ ਕੜੇ ਕੋਈ ਲਾਹ ਕੇ ਲੈ ਜਾਵੇ। ਸਾਡਾ ਧਰਮ ਇਸ ਵੇਲੇ ਇਸ ਤਰ੍ਹਾਂ ਦਾ। ਅਸੀਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਵਿਕਦੇ ਹਾਂ। ਮੈਨੂੰ ਤੇ ਬੜਾ ਸੁਣ ਕੇ ਹੈਰਾਨੀ ਹੁੰਦੀ ਹੈ। ਕਈ ਸਰੀਰ ਆਉਂਦੇ ਨੇ, ਉਹ ਆਉਂਦੇ ਨੇ ਇਹ ਜਿਹੜੀ ਸੰਸਥਾ ਹੈ ਇਹ ਵੀ ਧਰਮ, ਇਹ ਵੀ ਇਸ ਤਰ੍ਹਾਂ ਸਰਕਾਰ ਕੋਲ ਜਾ ਕੇ ਉਹ ਕਹਿੰਦੇ ਨੇ ਸਾਨੂੰ ਇਸ ਤਰ੍ਹਾਂ ਲੈ ਚਲੋ, ਦੂਸਰਿਆਂ ਨੇ ਸਾਨੂੰ ਇਸ ਤਰ੍ਹਾਂ ਲੈ ਚਲੋ, ਤੇ ਫਿਰ ਤੁਹਾਨੂੰ ਅਸੀਂ ਆਹ ਫਾਇਦਾ ਦਿਆਂਗੇ। ਸਮਝ ਨਹੀਂ ਆਉਂਦੀ ਵੀ ਮੈਂ ਕੀ ਕਹਿ ਸਕਦਾ ਉਹਦੇ ਉਸ ਗੱਲ ਵਾਸਤੇ। ਸੱਚੇ ਪਾਤਸ਼ਾਹ ਲਿਖਦੇ ਨੇ 68 ਤੀਰਥ, ਤੁਹਾਨੂੰ ਪਤਾ ਵੀ ਉਹਨਾਂ ਦੇ ਜਾ ਕੇ ਕਿੰਨਾ ਖਰਚਾ ਆਉਂਦਾ ਹੈ, ਆਦਮੀ ਦੀ ਉਮਰ ਦਾ ਕਿੰਨਾ ਹਿੱਸਾ ਲੱਗ ਜਾਂਦਾ ਉੱਥੇ ਜਾਣ ਆਉਣ 'ਚ। ਤੇ ਪਰ ਸਤਿਗੁਰਾਂ ਨੇ ਬਾਣੀ ਦੁਆਰਾ ਲਿਖਿਆ ਹੈ ਕਿ 860 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਇਹ ਵੀ ਲਿਖਿਆ ਹੈ ਜੀ ਜੋ ਮਾਰਾ ਹੈ ਜੋਰ ਕਰ ਕਹਤੇ ਹੈ ਜੋ ਹਲਾਲ ਦਫ਼ਤਰ ਦੇਈ ਜਬ ਕਾਢ ਹੈ ਤਬ ਹੋਏ ਕੋ ਕੌਣ ਹਵਾਲ। ਭਾਈ ਗੁਰਦਾਸ ਜੀ ਨੇ ਲਿਖਿਆ ਹੈ ਸੀਹ ਬਜੂਤੀ ਬੱਕਰੀ ਮਰਦੀ ਹੋਈ ਖਿੜਖਿੜ ਹੱਸੀ, ਸਿੰਘ ਪੁੱਛਿਆ ਵਿਸਮਾਦ ਹੋਏ ਇਹ ਤਾਂ ਅਵਸਰ ਕਿਤਰ ਹਾਸਰ ਹੱਸੀ। ਉਹ ਅੱਗੋਂ ਕਹਿੰਦੀ ਹੈ ਅੱਖ ਧਤੂਰਾ ਖਾਂਦਿਆਂ ਬਿਨਾਂ ਕਰੇਂਦੀ ਬੱਕਰੀ ਪੁੱਤਰ ਹਮਾਰੇ ਕੀਚਨ ਖੱਸੀ। ਅੱਖ ਧਤੂਰਾ ਖਾਂਦਿਆਂ ਕੋ ਖਲ ਅਖਲ ਵਿਣਸੀ। ਜਿਹੜੇ ਮਾਸ ਖਾਣ ਗਲ ਵੱਢ ਕੇ ਹਾਲਤ ਨਾੜਾ ਕੌਣ ਹਵਸ। ਅਸੀਂ ਅੱਖ ਧਤੂਰਾ ਖਾਂਦੀਆਂ ਬੱਕਰੀ ਕਹਿੰਦੀ ਹੈ ਤੇ ਸਾਨੂੰ ਕੋ ਕੇ ਸਾਡਾ ਮਾਸ ਖਾਧਾ ਜਾਂਦਾ, ਤੇ ਜਿਹੜੇ ਸਾਡਾ ਮਾਸ ਵੱਢ ਕੇ ਖਾਂਦੇ ਨੇ ਉਹਨਾਂ ਦਾ ਕੀ ਹਾਲ ਹੋਵੇਗਾ। ਇਹ ਸਾਡੀ ਗੁਰਮਰਿਆਦਾ ਹੈ ਜਿਹੜੀ ਸਤਿਗੁਰਾਂ ਨੇ ਸਾਨੂੰ ਦਿੱਤੀ ਹੈ। ਜੇ ਸਾਡਾ ਧਿਆਨ ਇਸ ਪਾਸੇ ਚਲਾ ਜਾਵੇ, ਫਿਰ ਸਾਡੇ ਵਿੱਚ ਕਈ ਐਸੇ ਸਰੀਰ ਆ ਜਾਂਦੇ ਜਿਹੜੇ ਆਖਦੇ ਨੇ ਗਊ ਸਾਡਾ ਧਰਮ ਨਹੀਂ। ਗਊ ਤੇ ਗਰੀਬ ਦੀ ਰੱਖਿਆ ਇਹੋ ਹੀ ਸਾਡਾ ਧਰਮ ਹੈ। ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ कि गौ घात का दोख जग से मिटाऊं, यही बेनती खास हमारी सुनी जाए। असुर मार कर रछ गौवन करी जाए। दैत केड़े ने जेड़े गौवां नूं मारदे ने? गुरबाणी अनुसार गुरु गोबिंद सिंह दे हुक्म अनुसार ते ओह ने, होर असीं किसी नूं कुछ नहीं आंदे। तो ये चीज़ां ने साडे वास्ते एक फार्मूला लिख दिता है। सतगुरां ने लिखिया है
ਭੋਗ ਜਾਕੈ ਨਹੀਂ ਬੈਰੀ ਮੀਤ ਸਮਾਨ, ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ। ਜਿਹਦੀ ਮਰਜ਼ੀ ਬਣ ਜਾਏ, ਇਹ ਨਹੀਂ ਬਈ ਭਗਵਾਨ ਇੱਕੋ ਹੀ ਹੈ। ਗੁਰਬਾਣੀ ਅਨੁਸਾਰ ਉਹ ਭਗਵਾਨ ਹੈ ਜਿਹੜਾ ਇਹ ਫਾਰਮੂਲਾ ਅਪਣਾ ਲਵੇ। ਸੋ ਤੁਹਾਨੂੰ ਸਵਾਮੀ ਜੀ ਮਹਾਰਾਜ ਰਾਮਦੇਵ ਜੀ ਨੇ ਵੀ ਇਸ ਲਈ ਦੱਸਿਆ ਕਿ ਗੁਰਬਾਣੀ ਵਿੱਚ ਜੋ ਕੁਝ ਸਾਨੂੰ ਦੱਸਿਆ ਗਿਆ ਉਹ ਸਾਡੇ ਭਲੇ ਵਾਸਤੇ ਹੈ, ਪਰ ਜੇ ਅਸੀਂ ਵਰਤੋਂ ਵਿੱਚ ਲੈ ਆਈਏ। ਮੈਂ ਸਮਝਦਾ ਕਮਿਊਨਿਸਟ ਸਾਡੇ ਨਾਲ, ਜਿਹਨਾਂ ਨੂੰ ਅਸੀਂ ਧਰਮਹੀਣ ਕਹਿੰਦੇ ਹਾਂ, ਉਹ ਕਈ ਗੱਲਾਂ ਸਾਡੇ ਨਾਲ ਬੜੇ ਚੰਗੇ ਨੇ। ਇੱਕ ਕਲਕੱਤੇ ਵਿੱਚ ਇੱਕ ਕਮਿਊਨਿਸਟ ਲੀਡਰ ਦੀ ਮੌਤ ਹੋਈ, ਅਖਬਾਰ 'ਚ ਉਹਦੀ ਜੀਵਨੀ ਲਿਖੀ, ਉਹਦੇ 'ਚ ਲਿਖਿਆ ਕਿ ਉਹ ਆਪਣੀ ਕਮਿਊਨਿਜ਼ਮ ਦੀ ਕਿਤਾਬ ਨੂੰ ਰੋਜ਼ ਪੜ੍ਹਦਾ ਸੀ। ਉਹ ਵੇਖਦਾ ਸੀ ਕਿ ਮੇਰਾ ਤੇ ਮੇਰੇ ਜੀਵਨ ਦਾ ਤੇ ਇਹ ਜਿਹੜੇ ਸਾਡੇ ਅਸੂਲ ਲਿਖੇ ਨੇ ਕਿੰਨਾ ਕੁ ਫਰਕ ਹੈਗਾ। ਕਿ ਅਸੀਂ ਪੜ੍ਹਦੇ ਹਾਂ ਆਪਣੀ ਧਰਮ ਪੁਸਤਕ ਨੂੰ, ਜੇ ਅਸੀਂ ਨਹੀਂ ਪੜ੍ਹਦੇ ਤੇ ਫਿਰ ਉਹ ਸਾਡੇ ਨਾਲ ਚੰਗਾ ਹੈ ਕਿ ਨਹੀਂ ਆਪਣੇ ਅਸੂਲ ਦੇ ਵਿੱਚ। ਸੋ ਇਸ ਵਾਸਤੇ ਸਾਨੂੰ ਆਪਣਾ ਜੀਵਨ ਉੱਚਾ ਕਰਨ ਵਾਸਤੇ ਸਾਰੀਆਂ ਚੀਜ਼ਾਂ ਇਹ ਕਰਨੀਆਂ ਚਾਹੀਦੀਆਂ ਨੇ। ਇਹ ਤਾਂ ਹੋ ਸਕਦਾ ਜਿਹੜਾ ਪੜ੍ਹਨ ਨਾਲ ਨਹੀਂ। ਇਸ ਤਰ੍ਹਾਂ ਦੇ ਸਾਧੂ ਹੋਣ, ਸੰਗਤ ਹੋਵੇ, ਅਸੀਂ ਬੈਠੀਏ ਇਕੱਠੇ, ਫਿਰ ਅਸੀਂ ਸੋਚੀਏ ਵੀ ਸਾਡੇ ਕਰਮ ਜਿਹੜੇ ਨੇ ਉਹ ਕਿੰਨੇ ਕੁ ਅਸੀਂ ਛੱਡ ਸਕੇ ਹਾਂ। ਅਗਾਂਹ ਤੋਂ ਜਿਹੜੇ ਨਹੀਂ ਛੁੱਟਦੇ ਉਹਨਾਂ ਨੂੰ ਕਿਸ ਢੰਗ ਨਾਲ ਹੀ ਛੱਡ ਸਕਦੇ ਹਾਂ। ਪਾਰਸ ਭਾਗ ਦੀ ਕਥਾ ਸੁਣੀ ਹੈ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਸੁਣਦੇ ਸਨ। ਮੈਂ ਛੋਟਾ ਜਿਹਾ ਸੁਣਦਾ ਸਾਂ ਉਹਨਾਂ ਦੇ ਕੋਲ ਬੈਠ ਕੇ। ਬੜੇ ਉਹਦੇ 'ਚ ਸੂਖਮ ਹੰਕਾਰ ਜਿਹੜਾ ਉਹਦਾ ਕੋੜ ਕਿਰਲੇ ਵਰਗੀ ਸ਼ਕਲ ਲਿਖੀ ਹੈ ਉਹਦੀ। ਸੋ ਇਹ ਕਿਸ ਵੇਲੇ ਸਾਡੇ ਅੰਦਰ ਆਉਂਦਾ ਸਾਨੂੰ ਪਤਾ ਵੀ ਨਹੀਂ ਲੱਗਦਾ ਵੀ ਕਿਸ ਤਰ੍ਹਾਂ ਸਾਡੇ ਅੰਦਰ ਆ ਜਾਂਦਾ। ਸੋ ਇਹ ਗੁਰਬਾਣੀ ਅਨੁਸਾਰ ਸਾਡਾ ਜੀਵਨ ਹੋਵੇ ਤਾਂ ਹੀ ਸਾਡਾ ਭਾਰ ਉਤਾਰਾ ਹੋ ਸਕਦਾ। ਉਦਮ ਅਸੀਂ ਬੜੇ ਕਰਦੇ ਹਾਂ, ਕਿਸੇ ਨੂੰ ਮਾਰਨ ਵਾਸਤੇ ਉਦਮ ਕਰਦੇ ਹਾਂ, ਪੈਸੇ ਕਮਾਉਣ ਵਾਸਤੇ ਉਦਮ ਕਰਦੇ ਹਾਂ, ਹੋਰ ਕਈਆਂ ਕੰਮਾਂ ਵਾਸਤੇ ਉਦਮ ਕਰਦੇ ਹਾਂ, ਵਿਆਹ ਕਰਾਉਣ ਵਾਸਤੇ ਉਦਮ ਕਰਦੇ ਹਾਂ। ਪਰ ਜਿਹੜਾ ਸਤਿਗੁਰਾਂ ਨੇ ਬਾਣੀ ਅਨੁਸਾਰ ਲਿਖਿਆ, ਉਦਮ ਕਰ ਹਰ ਜਾਪਣਾ, ਵੱਡ ਭਾਗੀ ਧਨ ਖਾਟ, ਇਕੱਲਿਆਂ ਬੈਠ ਕੇ ਵੀ ਸਿਮਰਨ ਹੁੰਦਾ। ਸੰਤ ਸੰਗ ਹਰ ਸਿਮਰਨਾ, ਮਲ ਜਨਮ ਜਨਮ ਦੀ ਕਾਟ। ਮੇਰਾ ਮੂੰਹ ਮੈਨੂੰ ਨਹੀਂ ਦਿਸਦਾ, ਤੁਹਾਨੂੰ ਦਿਸਦਾ। ਸਾਧ ਸੰਤਾਂ ਦੀ, ਸਾਧੂਆਂ ਦੀ ਸੰਗਤ ਦਾ, ਸੰਗਤ ਵਿੱਚ ਸਾਧ ਸੰਗਤ ਦੇ ਵਿੱਚ ਬੈਠਣ ਦਾ ਇਹੋ ਹੀ ਮਤਲਬ ਹੈ ਕਿ ਸਾਧ ਸੰਗਤ ਸਾਡੇ ਮੂੰਹ ਵੇਖਣ ਦਾ ਸ਼ੀਸ਼ਾ ਹੈ। ਉੱਥੇ ਆ ਕੇ ਸਾਡੇ ਪਾਪਾਂ ਦਾ ਨਾਸ਼ ਹੁੰਦਾ। ਜਿਸ ਤਰ੍ਹਾਂ ਤੁਹਾਨੂੰ ਹੁਣੇ ਦੱਸਿਆ ਗਿਆ ਸੀ ਵੀ ਪਾਪ ਕਰਨ ਵਾਲੇ ਜਿਹੜੇ ਨੇ ਉਹ ਉਹੀ ਥਾਂ ਖਰਾਬ ਕਰ ਦਿੰਦੇ ਨੇ, ਤੇ ਉਹੀ ਜਿਹੜੇ ਜਿੱਥੇ ਭਜਨ ਬਾਣੀ ਕੀਤਾ ਜਾਵੇ ਉਹ ਥਾਂ ਸਵਸਥ ਤੇ ਠੀਕ ਹੋ ਜਾਂਦਾ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਸੰਤ ਮੰਡਲੀ ਦਾ। ਗੁਰੂ ਨਾਦ ਧੁਨ ਆਨੰਦ ਵੇਦ, ਕਥਤ ਸੁਨਤ ਮੁਨ ਜਨਾ ਮਿਲ ਸੰਤ ਮੰਡਲੀ। ਇਸ ਵਾਸਤੇ ਸੰਤ ਮੰਡਲੀ ਦਾ ਬਹੁਤ ਬਹੁਤ ਧੰਨਵਾਦ ਹੈ। ਤੇ ਖਾਸ ਕਰਕੇ ਸਵਾਮੀ ਵਾਮਦੇਵ ਜੀ ਦੇ ਕਰਕੇ, ਜਿਨ੍ਹਾਂ ਦੀ ਸਵਾਸਥ ਨਹੀਂ ਠੀਕ, ਪਰ ਜਿਹੜੇ ਮਹਾਤਮਾ ਪੁਰਸ਼ ਹੁੰਦੇ ਨੇ, ਜਿਹੜੇ ਸਤਿਗੁਰੂ ਨੂੰ ਮਿਲੇ ਹੁੰਦੇ ਨੇ, ਉਹਨਾਂ ਦੇ ਫਿਰ ਉਹ ਮਨ ਦੀ ਅਵਸਥਾ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਕਿ ਉਹਨਾਂ ਦਾ ਸਰੀਰ ਨਾਲ ਸੰਬੰਧ ਨਹੀਂ ਰਹਿ ਜਾਂਦਾ। ਉਹਨਾਂ ਨੇ ਇਸ ਤਰ੍ਹਾਂ ਦਾ ਸਵਾਸ ਹੁੰਦਿਆਂ ਵੀ ਆ ਕੇ ਕਿਰਪਾ ਕੀਤੀ ਹੈ। ਇੰਨਾ ਵਕਤ ਦਿੱਤਾ ਹੈ, ਇੰਨੇ ਰੁਝੇਵੇਂ ਵਿੱਚੋਂ ਕੱਢ ਕੇ। ਕੋਈ ਪਹਿਲਾ ਪ੍ਰੋਗਰਾਮ ਨਹੀਂ ਸੀ ਬਣਿਆ, ਪਰ ਮੈਂ ਸਮਝਦਾ ਸਾਡੇ ਵਿੱਚ ਤਾਂ ਸ਼ਾਇਦ ਇੰਨੀ ਤਾਕਤ ਨਹੀਂ ਵੀ ਅਸੀਂ ਇੰਨੀ ਖਿੱਚ ਕਰ ਸਕੀਏ। ਉਹਨਾਂ ਨੇ ਆਪਣੀ ਕਿਰਪਾ ਕਰਕੇ ਸਾਰਿਆਂ ਨੇ ਇੱਥੇ ਦਰਸ਼ਨ ਦਿੱਤੇ ਨੇ। ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਇਹ ਤੁਹਾਡਾ ਆਪਣਾ ਥਾਂ ਹੈ, ਤੁਹਾਡਾ ਆਪਣਾ ਘਰ ਹੈ, ਤੁਸੀਂ ਸਾਡੇ ਆਪਣੇ ਹੋ। ਸਾਨੂੰ ਬੜੀ ਖੁਸ਼ੀ ਹੁੰਦੀ ਹੈ ਇਸ ਤਰ੍ਹਾਂ ਮਿਲ ਕੇ। ਅਗਾਂਹ ਤੋਂ ਵੀ ਇਸ ਤਰ੍ਹਾਂ ਸਾਥ ਦਰਸ਼ਨ ਦਿੰਦੇ ਰਹਿਣ ਸਾਧ ਸੰਗਤ। ਮੈਂ ਇਹ ਅਰਜ਼ ਕਰਕੇ ਸਭ ਤੋਂ ਅੱਗੇ ਲਵਾਂਗਾ। ਤੁਹਾਡੀ ਸੇਵਾ ਨਹੀਂ ਹੋ ਸਕੀ, ਸਾਨੂੰ ਜਾਚ ਨਹੀਂ ਆਉਂਦੀ, ਉਹ ਸਾਨੂੰ ਖਿਮਾ ਕਰਨਾ। ਤੁਸੀਂ ਹੁਣੇ ਗੁਰਬਾਣੀ ਦੇ ਸ਼ਬਦ ਸੁਣੇ ਨੇ, ਲਾਵਾਂ ਦਾ ਪਾਠ ਸੁਣਿਆ। ਹੰਸਪਾਲ ਜੀ ਤੋਂ ਸਰਦਾਰ ਬੇਅੰਤ ਸਿੰਘ ਉਹਨਾਂ ਦੇ ਵਿਚਾਰ ਸੁਣੇ ਨੇ। ਤੁਸੀਂ ਲਾਵਾਂ ਵਿੱਚ ਜਿਹੜਾ ਇਹ ਲਿਖਿਆ, ਧਰਮ ਦ੍ਰਿੜਾ ਹੋ ਪਾਪ ਤਜਾਇਆ ਬਰ ਰਾਮ ਜੀਓ। ਇਹ ਚਾਹੀਦਾ ਬੱਚੇ ਜਿਹੜੇ ਲਾਵਾਂ ਸੁਣਨ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਇਸ ਗੱਲ ਦੇ ਉੱਤੇ ਕਿ ਅਸੀਂ ਆਪਣੇ ਧਰਮ ਵਿੱਚ ਰਹਿ ਸਕੀਏ। ਇੱਥੇ ਹੰਸਪਾਲ ਜੀ ਨੇ ਜਿਸ ਵੇਲੇ ਇਹ ਆਖਿਆ ਸੀ ਕਿ ਲੜਕੀ ਜਾ ਕੇ ਲੜਕੇ ਦੇ ਘਰ 15 ਦਿਨ ਰਵੇ, ਉਹ ਜਿੰਨੇ ਸਾਰੇ ਸ਼ਬਦ ਸਨ ਉਹਨਾਂ ਤੋਂ ਬਾਅਦ ਬਹੁਤ ਸਾਰੇ ਹੱਸਣ ਲੱਗ ਪਏ ਸਨ। ਜੇ ਤੁਹਾਡਾ ਹੱਸਣ ਨੂੰ ਜੀਅ ਕਰਿਆ ਕਰੇ ਨਾ,
ਤੇ ਇਸ ਗੱਲ ਤੋਂ ਹੱਸਿਆ ਕਰੋ ਵੀ ਰੋਜ਼ ਕੁੜੀ ਸਾਡੇ ਵੀ ਤੁਰੀ ਫਿਰਦੀ ਹੈ, ਜਿਸ ਵੇਲੇ ਉਹਨੇ ਫੇਰਿਆਂ 'ਤੇ ਬਹਿਣਾ ਉਹਦੇ 5-6 ਮਾਈਆਂ ਉਹਨੂੰ ਫੜ ਕੇ ਤੇ ਲਿਜਾਂਦੀਆਂ, ਜਿਸ ਤਰ੍ਹਾਂ ਉਹ ਲੰਗੀ ਲੂਲੀ ਹੁੰਦੀ, ਤੁਰਿਆ ਨਹੀਂ ਜਾਂਦਾ ਉਹ ਤੋਂ। ਉਦੋਂ ਹੱਸਿਆ ਕਰੋ ਵੀ ਚੰਗੀ ਭਲੀ ਕੁੜੀ ਨੂੰ ਕਿਉਂ ਤੁਸੀਂ ਇਸ ਤਰ੍ਹਾਂ ਕਰਦੀਆਂ ਜੇ, ਉਦੋਂ ਕਦੇ ਨਹੀਂ ਹੱਸਦੀਆਂ ਤੁਸੀਂ। ਜਦੋਂ ਫਿਰ ਜਾ ਕੇ ਸੱਸ ਨੂੰਹ ਦੀ ਲੜਾਈ ਹੁੰਦੀ ਹੈ, ਜਿਹੜੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਦੋਂ ਹੱਸਦੀਆਂ ਕਦੇ ਤੁਸੀਂ? ਜਿਹੜੀਆਂ ਗੱਲਾਂ ਕਰਨ ਨੂੰ ਉਲਟਾ ਕੰਮ ਸਾਡੇ ਵਿੱਚ ਆ ਗਿਆ, ਗਲਤ ਰਸਮਾਂ ਸਾਡੇ ਵਿੱਚ ਆਉਂਦੀਆਂ ਜਾਂਦੀਆਂ ਨੇ, ਤਕੜੇ ਹੋ ਕੇ ਇੱਧਰ ਨੂੰ ਕੱਢੋ। ਤੁਸੀਂ ਇਹ ਦੱਸੋ ਕਿ ਕਿੰਨੀਆਂ ਕਮਾਈਆਂ? ਮੈਨੂੰ ਡਰ ਲੱਗਦਾ ਜੇ ਮੈਂ ਅੱਜ ਇਹ ਪੁੱਛਾਂ ਵੀ ਪਾਣੀ ਸਿਰ 'ਚ ਹੋ ਸਕਦਾ ਕਿ ਵੀ ਕਈ ਨਾ ਪਾ ਕੇ ਆਏ ਹੋਣ, ਅਤੇ ਫਿਰ ਜੇ ਆਖੀਏ ਵੀ ਤੁਸੀਂ ਬਾਹਰ ਨਿਕਲ ਜਾਓ ਤਾਂ ਫਿਰ ਉਹਨੇ ਆਖਣਾ ਸਾਡੀ ਬੇਇੱਜ਼ਤੀ ਹੋ ਗਈ ਹੈ। ਸਾਧ ਸੰਗਤ ਦੀ ਬੇਇੱਜ਼ਤੀ ਇਸ ਗੱਲ ਵਿੱਚ ਕੋਈ ਨਹੀਂ ਵੀ ਜੇ ਤੁਸੀਂ ਇੱਥੇ ਜੋੜੇ ਵਾਲੇ ਪੈਰ ਲੈ ਕੇ ਆ ਜਾਓ ਜਾਂ ਕਿਸਾਂ 'ਚ ਪਾਣੀ ਨਾ ਪਾ ਕੇ ਆਓ। ਇਹ ਗੱਲਾਂ ਤੁਹਾਡੇ ਧਿਆਨ ਦੇਣ ਵਾਲੀਆਂ ਨੇ। ਨੌਜਵਾਨਾਂ ਨੂੰ ਖਾਸ ਕਰਕੇ ਇਹਦਾ ਬੀੜਾ ਚੁੱਕਣਾ ਚਾਹੀਦਾ। ਮੇਰੇ ਆਪਣੇ ਤਜਰਬੇ ਅਨੁਸਾਰ ਬੱਚੇ ਬੱਚੀਆਂ ਜਿਸ ਤਰ੍ਹਾਂ ਕੱਚਾ ਦੁੱਧ ਹੁੰਦਾ, ਉਹਦਾ ਪਨੀਰ ਬਣਾ ਲਓ, ਉਹਦਾ ਖੋਆ ਬਣਾ ਲਓ, ਉਹਨੂੰ ਕਾੜ ਕੇ ਦੁੱਧ ਪੀ ਲਓ, ਉਹਦਾ ਦਹੀਂ ਜਮਾ ਦਿਓ, ਕੁਛ ਕਰ ਲਓ। ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ, ਉਹਨਾਂ ਦਾ ਇਹਦੇ 'ਚ ਇੰਨਾ ਕਸੂਰ ਨਹੀਂ ਹੁੰਦਾ ਜਿੰਨੇ ਉਹਨਾਂ ਦੇ ਮਾਤਾ ਪਿਤਾ ਸਿੱਖਿਆ ਦਿੰਦੇ ਨੇ ਉਹਨਾਂ ਨੂੰ। ਨਾਲੇ ਸਾਡੇ ਦੁਆਲੇ ਦੁਆਲੇ ਵੀ ਗੇੜੇ ਕੱਢਦੇ ਨੇ ਆ ਕੇ, ਅਤੇ ਨਾਲੇ ਉਹਨਾਂ ਨੂੰ ਮਾਤਾ ਪਿਤਾ ਸਿੱਖਿਆ ਦਿੰਦੇ ਨੇ ਬਈ ਤੂੰ ਆਹ ਕੰਮ ਜ਼ਰੂਰ ਕਰਨਾ। ਮੇਰੇ ਕੋਲ ਇਹੋ ਜਿਹੀਆਂ ਘਟਨਾਵਾਂ ਕਈ ਆਉਂਦੀਆਂ ਨੇ, ਮੁੰਡਾ ਕੁੜੀ ਦੋਵੇਂ ਆ ਕੇ ਮੈਨੂੰ ਆਉਂਦੇ ਨੇ ਵੀ ਸਾਡੇ ਮਾਤਾ ਪਿਤਾ ਨੂੰ ਹਟਾਓ, ਉਹ ਮੰਗਣੋਂ ਨਹੀਂ ਹਟਦੇ, ਇੱਕ ਦੂਜੇ ਤੋਂ ਦੇਣੋਂ ਨਹੀਂ ਹਟਦੇ, ਉਹ ਲੈਣੋਂ ਨਹੀਂ ਹਟਦੇ, ਅਤੇ ਸਾਡਾ ਨਾਂ ਨਾ ਲਿਓ, ਸਾਨੂੰ ਤੰਗ ਕਰਨਗੇ ਫਿਰ ਘਰ ਵਿੱਚ। ਗੱਲਾਂ ਹੱਸਣ ਵਾਲੀਆਂ ਇਹ ਨੇ ਜਿਹੜੀਆਂ ਗਲਤ ਗੱਲਾਂ ਅਸੀਂ ਕਰਦੇ ਹਾਂ। ਹਸਪਾਲ ਜੀ ਨੇ ਠੀਕ ਆਖਿਆ ਵੀ ਜਿਹੜੀ ਨੂੰਹ ਬਣ ਕੇ ਜਾ ਔਖੀ ਹੁੰਦੀ ਹੈ, ਉਹ ਕੱਲ੍ਹ ਨੂੰ ਸੱਸ ਬਣ ਕੇ ਫਿਰ ਔਖਿਆਂ ਕਰਦੀ ਹੈ। ਉਹਨਾਂ ਨੂੰ ਤਾਂ ਕੋਈ ਖਿਆਲ ਹੋਣਾ ਚਾਹੀਦਾ। ਜਿੰਨੇ ਸਹੁਰਿਆਂ ਨੇ ਹੁਕਮ ਦਿੱਤੇ ਨੇ ਉਹ ਸਾਡੇ ਫਾਇਦੇ ਵਾਸਤੇ ਨੇ। ਮੈਂ ਕੱਲ੍ਹ ਵੀ ਆਖਿਆ ਸੀ ਅਤੇ ਹੁਣ ਫਿਰ ਮੇਰਾ ਅਰਜ਼ ਕਰਨ ਨੂੰ ਜੀ ਕਰਦਾ ਬਈ ਤਕੜੇ ਹੋ ਕੇ ਈਰਖਾ ਤੋਂ ਬਚੋ। ਇਹ ਸਮਾਂ ਬਹੁਤ ਜ਼ਬਰਦਸਤ ਹੈ ਇੱਕ ਦੂਜੇ ਨਾਲ ਲੜਾਈ ਕਰਨ ਦਾ, ਅਤੇ ਜਿਹੜੇ ਅੱਜ ਨਾ ਲੜਨਗੇ, ਈਰਖਾ ਤੋਂ ਬਚ ਜਾਣਗੇ, ਆਪਸ 'ਚ ਪ੍ਰੇਮ ਪਿਆਰ ਰੱਖਣਗੇ, ਉਹ ਉਹਨਾਂ ਦੇ ਨਾਂ ਇਤਿਹਾਸ ਵਿੱਚ ਆਉਣਗੇ ਕਿ ਇਹ ਜਿਹੜਾ ਸੜਦਾ ਯੁੱਗ ਸੀ, ਜਿਹਦੇ 'ਚ ਅੱਗ ਨਾਲ ਲੋਕ ਸੜ ਰਹੇ ਸਨ, ਵਰਨਾ ਭਾਵ ਨਹੀਂ, ਖਹਿ ਜਲਨ ਬਾਂਸ ਅੰਗਿਆਰਾ, ਉਸ ਵੇਲੇ ਆਹ ਬੰਦੇ ਜਿਹੜੇ ਸਨ ਇਹ ਨਹੀਂ ਸਨ ਲੜਦੇ ਆਪਸ। ਇਹ ਜਿਹੜਾ ਇਤਿਹਾਸ ਲਿਖਿਆ ਜਾਂਦਾ ਉਹਦੇ ਵਾਸਤੇ ਕਈ ਕੁਛ ਕਰਨਾ ਪੈਂਦਾ। ਕਿੰਨੇ ਕੁ ਮਾਤਾ ਪਿਤਾ ਨੇ ਜਿਹੜੇ ਬੱਚਿਆਂ ਨੂੰ ਸਵੇਰੇ ਉਠਾ ਕੇ ਉਹਨਾਂ ਨੂੰ ਇਜਾਜ਼ਤ ਦੱਸਦੇ ਨੇ ਕਿ ਭਜਨ ਕਰਕੇ ਇਸ ਤਰ੍ਹਾਂ ਬਿਰਤੀ ਲਾ। ਭਜਨ ਕਰਨ ਦਾ ਇਹ ਫਾਇਦਾ ਹੈ, ਉੱਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰਿ ਆਰਾਧੇ, ਬਿਖੜੇ ਦਾਵ ਲੰਘਾਵੇ ਮੇਰਾ ਸਤਿਗੁਰ, ਸੁਖ ਸਾਹ ਛੇਤੀ ਕਰ ਜਾਤੇ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਇਹ ਸਾਰੀਆਂ ਚੀਜ਼ਾਂ ਬੱਚਿਆਂ ਨੂੰ ਦੱਸਣ ਤੇ ਬੱਚੇ ਜ਼ਰੂਰ ਕਰਨਗੇ, ਪਰ ਮਾਤਾ ਪਿਤਾ ਜਨਮ ਦੇ ਕੇ ਉਹਨਾਂ ਨੂੰ ਫਿਰ ਸਕੂਲੇ ਭੇਜ ਦੇਣਗੇ, ਉਸ ਤੋਂ ਬਾਅਦ ਕਾਲਜ ਚਲੇ ਜਾਣਗੇ, ਉੱਥੇ ਜਾ ਕੇ ਬੱਚੇ ਦੀ ਕੋਈ ਜ਼ਿੰਦਗੀ ਹੋ ਜਾਏ, ਉਹ ਲੜਾਈ ਪੜਾਈ ਕਰਨ, ਦਾੜੀ ਮੁੰਨਣ, ਬਾਸ ਸ਼ਰਾਬ ਖਾਣ ਪੀਣ ਲੱਗ ਪੈਣ, ਮਾਤਾ ਪਿਤਾ ਨੂੰ ਕੋਈ ਚਿੰਤਾ ਨਹੀਂ ਇਸ ਗੱਲ ਦੀ। ਮਾਤਾ ਪਿਤਾ ਨੂੰ ਚਿੰਤਾ ਇਸ ਗੱਲ ਦੀ ਹੁੰਦੀ ਕਿ ਬੱਚੇ ਨੂੰ ਨੌਕਰੀ ਨਹੀਂ ਮਿਲੀ, ਬੱਚੇ ਦੇ BA 'ਚ ਨੰਬਰ ਨਹੀਂ ਚੰਗੇ ਲਏ। ਇਹ ਸਾਰੇ ਆਪਣੇ ਨੰਬਰਾਂ ਦਾ ਪਤਾ ਨਹੀਂ ਕਿ ਜਿਹੜਾ ਬਾਣੀ ਵਿੱਚ ਸਾਡੇ ਵਾਸਤੇ ਲਿਖਿਆ, ਅਸੀਂ ਸਾਰੇ ਉਹਦੇ ਵੱਲ ਧਿਆਨ ਨਹੀਂ ਦਿੰਦੇ। ਜੋ ਘਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹਿ, ਜਿੱਥੇ ਜਾਏ ਤੁਧ ਵਰਤਣਾ, ਤਿਸ ਕੀ ਚਿੰਤਾ ਨਾ ਹੈ। ਅਸੀਂ ਜਦੋਂ ਇਸ ਤਰ੍ਹਾਂ ਸਾਧ ਸੰਗਤ ਦੇ ਰੂਪ ਵਿੱਚ ਬੈਠਦੇ ਹਾਂ ਅਤੇ ਇਹਨਾਂ ਗੱਲਾਂ ਦੇ ਵਿਚਾਰ ਕਰਨ ਵਾਸਤੇ ਬੈਠਦੇ ਹਾਂ। ਇੱਥੇ ਅਸਾਂ ਕੋਈ ਇਲੈਕਸ਼ਨ ਨਹੀਂ ਲੜਨੀ, ਕੋਈ ਵੋਟਾਂ ਨਹੀਂ ਪਾਉਣੀਆਂ, ਹੋਰ ਕੋਈ ਕੰਮ ਨਹੀਂ ਕਰਨਾ। ਸਿਰਫ ਇਹ ਕੰਮ ਕਰਨਾ ਕਿ ਇੱਥੇ ਆ ਕੇ ਭਜਨ ਬਾਣੀ ਹੋਵੇ ਅਤੇ ਕੁਝ ਨਾ ਕੁਝ ਸਾਡਾ ਜੀਵਨ ਸੁਧਰੇ, ਉੱਚਾ ਹੋ ਸਕੇ। ਇੱਥੇ ਆ ਕੇ ਵੀ ਦੁਕਾਨਾਂ 'ਤੇ ਚਲੇ ਜਾਣਾ ਜਾਂ ਗੱਲਾਂ ਬਾਤਾਂ ਕਰਦੇ ਰਹਿਣਾ, ਜਾਂ ਜੇ ਜਿੰਨੇ ਮੰਦਰ ਵਿੱਚ ਸਿੰਘ ਆਏ ਨੇ ਇੱਦੋਂ ਦੁੱਗਣੇ ਕੁ ਬਾਹਰ ਹੋਣਗੇ ਮੇਰਾ ਖਿਆਲ, ਜੇ ਮੈਂ ਗਲਤੀ ਨਾ ਕਰਦਾ ਹਾਂ। ਜਦੋਂ ਦੀਵਾਨ ਲੱਗੇ ਹੁੰਦੇ ਨੇ ਉਹ ਬਾਹਰ ਫਿਰਦੇ ਨੇ। ਇਹ ਨਹੀਂ ਬਾਹਰ ਜਾਣਾ ਨਹੀਂ, ਪ੍ਰਸ਼ਾਦਾ ਨਹੀਂ ਛਕਣਾ, ਛਕੋ
ਪਰ ਮੁੜ ਕੇ ਫਿਰ ਉੱਥੇ ਹਾਜ਼ਰ ਹੋਵੋ ਆ ਕੇ। ਜਿਹੜੇ ਇੱਥੇ ਬੈਠੇ ਨੇ ਦੀਵਾਨ ਵੀ ਸੁਣਦੇ ਹਾਂ ਅਸੀਂ, ਸਾਡੇ ਧਿਆਨ ਲਾਂਭੇ ਜਾਂਦੇ ਨੇ। ਪੰਡਿਤ ਜੀ ਕਈ ਵਾਰ ਦੀਵਾਨ ਚਾਹੁੰਦੇ ਹੁੰਦੇ ਨੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਦੀਵਾਨ ਦੇ ਸ਼ੁਰੂ, ਅੱਧ ਵਿੱਚ, ਅਖੀਰ ਵਿੱਚ ਇਹ ਸ਼ਬਦ ਵਰਤਣਾ, ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ, ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਸਿੱਖਾਂ ਨੇ ਪੁੱਛਿਆ ਵੀ ਸੱਚੇ ਪਾਤਸ਼ਾਹ ਇਹਦਾ ਕੀ ਮਤਲਬ? ਸਤਿਗੁਰਾਂ ਨੇ ਹੁਕਮ ਦਿੱਤਾ ਕਿ ਜਿਹੜੇ ਬਾਹਰ ਬੈਠੇ ਨੇ, ਜਿਹੜੇ ਨਹੀਂ ਪਹੁੰਚ ਸਕੇ, ਗਰੀਬ ਨੇ, ਪੈਸੇ ਦੀ ਉਹਨਾਂ ਕੋਲ, ਉਹਨਾਂ ਨੂੰ ਵੀ ਤਕਲੀਫ ਹੈ ਸਰੀਰਕ, ਉਹ ਆ ਨਹੀਂ ਸਕੇ, ਉੱਥੇ ਬੈਠੇ ਸੋਚਦੇ ਨੇ ਕਿ ਉੱਥੇ ਸਾਧ ਸੰਗਤ ਇਕੱਠੀ ਹੋਈ ਹੈ, ਸਤਿਗੁਰਾਂ ਦਾ ਦੀਵਾਨ ਲੱਗਾ ਹੈ, ਉੱਥੇ ਬਸਤਾਨੇ ਹੁੰਦੇ ਨੇ, ਉੱਥੇ ਸਤ ਅਸਤ ਦੀ ਵਿਚਾਰ ਹੁੰਦੀ ਹੈ, ਬ੍ਰਹਮ ਦਾ ਬੋਧ ਹੁੰਦਾ ਹੈ। ਉੱਥੇ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਇਸ ਘਰ ਤੋਂ ਛੱਡ ਕੇ ਜੇ ਮਰਨ ਤੋਂ ਬਾਅਦ ਜਿਸ ਘਰ ਵਿੱਚ ਜਾਣਾ, ਉੱਥੇ ਕਿਸ ਤਰ੍ਹਾਂ ਸਾਨੂੰ ਚੰਗਾ ਥਾਂ ਪ੍ਰਾਪਤ ਹੋ ਸਕਦਾ। ਅਤੇ ਉਹ ਜਿਹੜੇ ਨੇ ਉਹ ਹਾਜ਼ਰ ਨੇ। ਜਿਹੜੇ ਇੱਥੇ ਬੈਠੇ ਇਹ ਸੋਚਦੇ ਨੇ ਕਿ ਘਰ ਵਿੱਚ ਫਲਾਣਾ ਕੰਮ ਇਸ ਤਰ੍ਹਾਂ ਹੋ ਗਿਆ, ਤਰੀਕ ਸੀ, ਮੁਕੱਦਮਾ ਸੀ, ਫਲਾਣੇ ਨੂੰ ਇਸ ਤਰ੍ਹਾਂ ਕਰਨਾ ਸੀ, ਉਹ ਗੈਰ ਹਾਜ਼ਰ ਨੇ। ਸੋ ਸਾਰਿਆਂ ਨੂੰ ਸਾਨੂੰ ਧਿਆਨ ਕਰਨਾ ਚਾਹੀਦਾ ਇਸ ਗੱਲ ਦਾ, ਇਹ ਸਤਿਗੁਰਾਂ ਨੇ ਹੁਕਮ ਦਿੱਤੇ ਨੇ। ਸਤਿਗੁਰੂ ਕਿਰਪਾ ਕਰੇ ਅਤੇ ਸਾਡੀ ਇਹ ਹਾਲਤ ਬਣ ਸਕੇ। ਇੱਕ ਇੱਕ ਘੰਟਾ ਨਾਮ ਸਿਮਰਨ ਹਰ ਜੀਅ ਪ੍ਰਤੀ, ਇੱਕ ਇੱਕ ਪਾਠ ਹਰ ਘਰ ਪ੍ਰਤੀ, ਆਦਿ ਗ੍ਰੰਥ ਸਾਹਿਬ ਦਾ, ਦਸਮ ਦਾ, ਜਿਹੜਾ ਕੋਈ ਕਰ ਸਕੇ ਉਹ ਕਰੇ। ਇਹ ਜ਼ਰੂਰੀ ਹੋਣਾ ਚਾਹੀਦਾ, ਇਹਦੇ 'ਚ ਬਿਲਕੁਲ ਘਾਟਵਾਦ ਨਹੀਂ ਹੋਣੀ ਚਾਹੀਦੀ। ਚਾਹੀਦਾ ਤੇ ਹਰ ਜੀਅ ਪ੍ਰਤੀ ਇੱਕ ਪਾਠ ਮਹੀਨੇ ਦਾ ਹੋਵੇ, ਪਰ ਹਰ ਘਰ ਪ੍ਰਤੀ ਕਰੋ ਇੱਕ ਮਹੀਨੇ ਦਾ ਪਾਠ। ਫਿਰ ਪਤਾ ਲੱਗੇਗਾ ਕਿ ਰਾਮ ਨਾਮ ਜਾਣਿਓ ਨਹੀਂ ਕੈਸੇ ਉਤਰਸ ਪਾਰ, ਰਾਰਾ ਰੰਗਾ ਹੋਇਆ ਮਨ ਆਪਣਾ, ਹਰ ਹਰ ਨਾਮ ਜਪੋ ਜਪ ਰਸਨਾ, ਰੇ ਰੇ ਦਰਗਾਹ ਕਹਿ ਨ ਕੋਊ, ਆਓ ਬੈਠ ਆਦਰ ਸੁਭ ਦੇਊ, ਵਾਹ ਮਹਲੀ ਪਾਵੈ ਤੂੰ ਬਾਸਾ, ਜਨਮ ਮਰਨ ਨਹਿ ਹੋਏ ਬਿਨਾਸਾ। ਮੈਂ ਇਹ ਗੱਲ ਕਰਕੇ ਆਗਿਆ ਲਵਾਂਗਾ।